ਸਤਿ ਸ਼੍ਰੀ ਅਕਾਲ ਦੋਸਤੋ। ਸਵਾਗਤ ਹੈ ਤੁਹਾਡਾ ਫਤਿਹ ਸਰ ਜੀਐਸ ਕਲਾਸਿਸ ਦੇ YouTube ਚੈਨਲ ਤੇ। ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਕਰੰਟ ਅਫੇਅਰ ਦੀ ਸੀਰੀਜ਼ ਦਾ ਪਾਰਟ ਨੰਬਰ 6। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਸੀਰੀਜ਼ ਦੇ ਵਿੱਚ ਅਸੀਂ ਲਾਸਟ 6 ਮੰਥ ਦੇ ਕਰੰਟ ਅਫੇਅਰ ਕਵਰ ਕਰ ਰਹੇ ਹਾਂ। ਇਸ ਸੀਰੀਜ਼ ਦੇ ਪਹਿਲਾਂ 5 ਪਾਰਟ ਆ ਚੁੱਕੇ ਨੇ ਅਤੇ ਅੱਜ ਹੈ ਤੁਹਾਡੇ ਸਾਹਮਣੇ ਪਾਰਟ ਨੰਬਰ 6। ਜੇ ਤੁਸੀਂ ਉਹ 5 ਪਾਰਟ ਨਹੀਂ ਦੇਖੇ ਤਾਂ ਇਸ ਵੀਡੀਓ ਤੋਂ ਬਾਅਦ ਜ਼ਰੂਰ ਦੇਖ ਲਿਓ, ਕਿਉਂਕਿ ਬਹੁਤ ਹੀ ਇੰਪੋਰਟੈਂਟ ਸੀਰੀਜ਼ ਹੈ। ਜਿਵੇਂ ਕਿ ਮੈਂ ਹਰੇਕ ਵੀਡੀਓ ਦੇ ਸਟਾਰਟਿੰਗ ਵਿੱਚ ਦੱਸਦਾ ਤੇ ਕਿ ਇਸ ਸੀਰੀਜ਼ ਦੇ ਵਿੱਚ ਅਸੀਂ ਕੀ ਕਰਦੇ ਹਾਂ ਜੀ, ਕਰੰਟ ਦਾ ਜੋ ਪਾਰਟ ਹੈ, ਜੋ ਕਰੰਟ ਦੀ ਨਿਊਜ਼ ਹੈ ਉਹਨੂੰ ਕਵਰ ਕਰ ਰਹੇ ਹਾਂ, ਪਲੱਸ ਉਸ ਨਿਊਜ਼ ਦਾ ਸਟੈਟਿਕ ਪਾਰਟ। ਮੀਨਸ ਇਹ ਕੰਬਾਈਨਡ ਸੀਰੀਜ਼ ਹੈ ਕਰੰਟ ਐਂਡ ਸਟੈਟਿਕ ਦੀ। ਤਾਂ ਇਹਦੇ ਵਿੱਚ ਤੁਹਾਡੀ ਰਿਵੀਜ਼ਨ ਵੀ ਹੋ ਰਹੀ ਹੈ, ਕਾਫੀ ਕੁਝ ਤੁਸੀਂ ਨਵਾਂ ਵੀ ਸਿੱਖ ਰਹੇ ਹੋ। ਇਹ ਜੋ ਸੀਰੀਜ਼ ਹੈ ਇਹ ਬਹੁਤ ਇੰਪੋਰਟੈਂਟ ਹੈ ਪੀਪੀਐਸਸੀ ਦੇ ਐਗਜ਼ਾਮਸ ਦੇ ਲਈ। ਪੀਪੀਐਸਸੀ ਜੋ ਵੀ ਐਗਜ਼ਾਮ ਕੰਡਕਟ ਕਰਦੀ ਹੈ, ਜਿਵੇਂ ਕਿ ਪੀਸੀਐਸ ਦਾ ਐਗਜ਼ਾਮ ਹੋ ਗਿਆ, ਜਾਂ ਜੋ ਲੇਟੈਸਟ ਐਗਜ਼ਾਮ ਕੰਡਕਟ ਕਰਨ ਵਾਲੀ ਹੈ ਨੈਬ ਤਹਿਸੀਲਦਾਰ ਅਤੇ ਕੋਆਪਰੇਟਿਵ ਇੰਸਪੈਕਟਰ ਦਾ, ਜਾਂ ਹੋਰ ਵੀ ਪੰਜਾਬ ਪੁਲਿਸ ਦੇ ਜੋ ਐਗਜ਼ਾਮ ਹੋਣਗੇ ਉਹਨਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਸੀਰੀਜ਼ ਇਹ ਹੈ ਜੀ। ਇਸ ਪੂਰੀ ਦੀ ਪੂਰੀ ਸੀਰੀਜ਼ ਨੂੰ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਓ ਜੀ, ਕਿਉਂਕਿ ਇਸ ਸੀਰੀਜ਼ ਦੀ ਜਿਵੇਂ ਕਿ ਸਾਡੀ ਟੈਗਲਾਈਨ ਹੈ ਜੀ, ਇਸ ਤੋਂ ਬਾਹਰ ਕੁਝ ਵੀ ਨਹੀਂ। ਅਸੀਂ ਇਸ ਤਰ੍ਹਾਂ ਇਸ ਸੀਰੀਜ਼ ਨੂੰ ਡਿਜ਼ਾਈਨ ਕੀਤਾ ਹੈ, ਜਿਵੇਂ ਮੈਂ ਦੱਸਿਆ ਕਿ ਕਰੰਟ ਅਤੇ ਸਟੈਟਿਕ ਨੂੰ ਮਿਲਾ ਕੇ, ਕਿ ਜੋ ਵੀ ਤੁਹਾਡੇ ਕਰੰਟ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਆਉਣਗੇ 80 to 90% ਤੁਹਾਡੇ ਉਹ ਕਵਰ ਹੋਣਗੇ। ਇਸ ਲਈ ਸਾਡੀ ਟੈਗਲਾਈਨ ਕੀ ਹੈ ਜੀ, ਇਸ ਤੋਂ ਬਾਹਰ ਕੁਝ ਵੀ ਨਹੀਂ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ। ਚਲੋ ਸ਼ੁਰੂ ਕਰਦੇ ਹਾਂ। ਅਤੇ ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਆ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਦੇ ਚੈਨਲ ਤੇ ਜਾ ਸਕਦੇ ਹੋ, ਜਿਸ ਦਾ ਨਾਮ ਹੈ ਫਤਿਹ ਸਰ। ਨਾਮ ਮੈਂ ਲਿਖ ਰਿਹਾ ਜੀ, ਫਤਿਹ ਸਰ। ਕੁਝ ਸਟੂਡੈਂਟ ਮੇਰੇ ਕੋਲੋਂ ਕਮੈਂਟ ਬਾਕਸ ਦੇ ਵਿੱਚ ਵੀ ਪੁੱਛਦੇ ਨੇ ਕਿ ਸਰ ਕਿੱਥੇ ਮਿਲਣੀ ਹੈ ਜੀ PDF। ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣੋ ਜੀ, ਤੁਹਾਨੂੰ ਮਿਲ ਜੂਗਾ ਟੈਲੀਗ੍ਰਾਮ ਦਾ ਨਾਮ, ਅਤੇ ਇਸ ਟੈਲੀਗ੍ਰਾਮ ਚੈਨਲ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਵਿੱਚ ਪਾਇਆ ਹੁੰਦਾ ਹੈ। ਕਈ ਵਾਰ ਕੰਪਲੇਂਟ ਆਉਂਦੀ ਹੈ ਕਿ ਸਰ ਜੀ ਉਹ ਲਿੰਕ ਪ੍ਰੋਪਰ ਨਹੀਂ ਹੋ ਰਿਹਾ, ਤਾਂ ਕੋਈ ਚੱਕਰ ਨਹੀਂ, ਤੁਸੀਂ ਇਸ ਨਾਮ ਤੇ ਜਾ ਕੇ ਸਰਚ ਕਰੋ, ਤੁਹਾਨੂੰ ਟੈਲੀਗ੍ਰਾਮ ਦਾ ਚੈਨਲ ਮਿਲ ਜੂਗਾ। ਉੱਥੇ ਜੁਆਇਨ ਕਰੋ। ਉੱਥੇ ਆਲਰੇਡੀ ਜਿਹੜੇ ਪੁਰਾਣੇ ਲੈਕਚਰ ਹੋ ਚੁੱਕੇ ਨੇ ਉਹਨਾਂ ਦੀਆਂ PDFs ਨੇ, ਤੇ ਆਉਣ ਵਾਲੇ ਲੈਕਚਰ ਦੀ ਵੀ PDF ਮਿਲ ਜੂਗੀ। ਚਲੋ ਸ਼ੁਰੂ ਕਰਦੇ ਹਾਂ ਜੀ। ਪਹਿਲੀ ਨਿਊਜ਼ ਹੈ ਸਾਡੀ ਪ੍ਰੋਮਪਟ ਕਰੈਕਟਿਵ ਐਕਸ਼ਨ ਦੇ ਨਾਲ ਰਿਲੇਟਡ, ਮੀਨਸ PCA ਦੇ ਨਾਲ ਰਿਲੇਟਡ ਹੈ ਜੀ। PCA ਨਿਊਜ਼ ਦੇ ਵਿੱਚ ਕਿਉਂ ਹਾਂ, ਕਿਉਂਕਿ ਹੁਣੇ RBI ਨੇ ਅਨਾਊਂਸ ਕੀਤੇ ਨੇ ਰਿਵਾਈਜ਼ਡ ਫਰੇਮਵਰਕ, ਜਿਹੜੇ ਦੇ ਰੂਲਸ ਐਂਡ ਰੈਗੂਲੇਸ਼ਨ ਨੇ ਉਹ ਚੇਂਜ ਕੀਤੇ ਨੇ PCA ਦੇ। ਹੁਣ ਆਪਾਂ ਦੇਖਦੇ ਹਾਂ ਜੀ PCA ਹੈ ਕੀ, ਪ੍ਰੋਮਪਟ ਕਰੈਕਟਿਵ ਐਕਸ਼ਨ ਹੈ ਕੀ। PCA ਇੱਕ ਇੱਦਾਂ ਦਾ ਫਰੇਮਵਰਕ ਆ, ਹੈ ਕਿਹਦਾ ਜੀ, RBI ਦਾ। RBI ਦਾ ਫਰੇਮਵਰਕ ਆ। ਇਹ ਕੀ ਕਰਦਾ ਆ, ਇਹ ਮੇਜ਼ਰ ਕਰਦਾ, ਇੱਕ ਮੇਜ਼ਰਿੰਗ ਟੂਲ ਆ ਜੋ ਕਿ ਮੇਨਟੇਨ ਕਰੂਗਾ ਫਾਈਨੈਂਸ਼ੀਅਲ ਹੈਲਥ ਆਫ ਦਾ ਬੈਂਕ। ਜੋ ਵੀ ਬੈਂਕ ਹੋਊਗੀ ਉਹਦੀ ਫਾਈਨੈਂਸ਼ੀਅਲ ਹੈਲਥ ਕਿੱਦਾਂ ਦੀ ਆ, ਉਹਨੂੰ ਮੈਨੇਜ ਕਰਨ ਦੇ ਲਈ ਆ, ਉਹਨੂੰ ਕੰਟਰੋਲ ਕਰਨ ਦੇ ਲਈ ਆ, ਉਹਨੂੰ ਮੈਜ਼ਰ ਕਰਨ ਦੇ ਲਈ ਆ, ਅਤੇ ਜੋ ਮਾਰਕੀਟ ਦਾ ਡਿਸਿਪਲਿਨ ਆ ਉਹਨੂੰ ਵੀ ਪ੍ਰੋਪਰਲੀ ਬਣਾ ਕੇ ਰੱਖੇ ਬੈਂਕ, ਉਹਦੇ ਲਈ ਆ। ਇਟ ਮੀਨਸ ਕਿ ਜੋ PCA ਹੈ ਉਹ ਬੈਂਕਾਂ ਦੇ ਲਈ ਹੈ। ਜੇ ਕੋਈ ਬੈਂਕ ਜਿਹੜੀ ਆ ਕਿ ਉਹ ਕੁਝ ਆਪਦੇ ਜੋ ਪੈਰਾਮੀਟਰਸ ਉਹਨੂੰ ਦਿੱਤੇ ਗਏ ਨੇ ਉਹਨਾਂ ਨੂੰ ਕ੍ਰੋਸ ਕਰਦੀ ਆ, ਤਾਂ ਉਹ ਬੈਂਕ RBI ਕੀ ਕਰੂਗੀ, ਉਸ ਬੈਂਕ ਨੂੰ ਇਸ PCA ਦੇ ਅੰਡਰ ਲਿਆਊਗੀ, PCA ਫਰੇਮਵਰਕ ਦੇ ਅੰਡਰ ਲਿਆਉਂਦੀ ਆ। ਜੇ ਉਹ ਇਹਦੇ ਅੰਡਰ ਆ ਗਿਆ, ਇਟ ਮੀਨਸ ਬੈਂਕ ਦੇ ਉੱਪਰ ਕੁਛ ਨਾ ਕੁਛ ਐਕਸ਼ਨ ਕੀਤੇ ਜਾਣਗੇ ਬਾਏ ਦਾ RBI। ਕੁਛ ਨਾ ਕੁਛ ਇੱਦਾਂ ਦੇ ਰੂਲ ਇੰਪਲੀਮੈਂਟ ਕਰ ਦੂਗੀ ਉਸ ਬੈਂਕ ਤੇ, ਤਾਂ ਕਿ ਉਸ ਬੈਂਕ ਨੂੰ, ਜੇ ਉਹ ਬੈਂਕ ਘਾਟੇ ਵਿੱਚ ਜਾ ਰਹੀ ਹੈ ਜਾਂ ਉਸ ਬੈਂਕ ਦਾ ਕੋਈ ਲਾਸ ਹੋ ਰਿਹਾ ਹੈ, ਉਸ ਬੈਂਕ ਨੂੰ ਦੁਬਾਰਾ ਤੋਂ ਰਿਵਾਈਵ ਕੀਤਾ ਜਾ ਸਕੇ, ਖੜਾ ਕੀਤਾ ਜਾ ਸਕੇ। ਹੁਣ ਆਪਾਂ ਦੇਖਦੇ ਹਾਂ ਜੀ RBI ਕਿਹੜੀਆਂ ਰਿਸਟ੍ਰਿਕਸ਼ਨਸ ਲਾਉਂਦੀ ਆ ਜੇ ਕੋਈ ਵੀ ਬੈਂਕ PCA ਦੇ ਅੰਡਰ ਆਉਂਦੀ ਆ। ਠੀਕ ਹੈ, ਯਾਦ ਰੱਖਿਓ PCA ਕੀ ਆ, ਇੱਕ ਫਰੇਮਵਰਕ ਆ। ਇਹ ਉਦੋਂ ਹੀ ਇੰਪਲੀਮੈਂਟ ਕੀਤਾ ਜਾਂਦਾ ਕਿਸੇ ਬੈਂਕ ਤੇ ਜਦੋਂ ਕੋਈ ਬੈਂਕ ਦੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ ਹੁੰਦੀ। ਠੀਕ ਹੈ ਜੀ, ਬੈਂਕ ਦੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ ਹੋਊਗੀ, ਇਟ ਮੀਨਸ ਕਿ ਉਹਦਾ ਜਿਹੜਾ NPA ਆ ਉਹ ਜ਼ਿਆਦਾ ਵੱਧ ਗਿਆ। ਠੀਕ ਹੈ, ਉਹਨਾਂ ਨੂੰ ਠੀਕ ਕਰਨ ਦੇ ਲਈ ਹੀ RBI ਆਪਣੇ PCA ਦੇ ਫਰੇਮਵਰਕ ਨੂੰ ਇੰਪਲੀਮੈਂਟ ਕਰੂਗੀ। ਜਦੋਂ ਕੋਈ ਬੈਂਕ PCA ਦੇ ਅੰਡਰ ਆਉਂਦੀ ਹੈ ਤਾਂ ਉੱਤੇ ਰਿਸਟ੍ਰਿਕਸ਼ਨ ਕਿਹੜੀਆਂ ਲੱਗਦੀਆਂ ਆ, ਉਹ ਆਪਣੀ ਬ੍ਰਾਂਚ ਨੂੰ ਐਕਸਪੈਂਡ ਨਹੀਂ ਕਰ ਸਕਦੀ, ਇੱਕ ਤਾਂ ਇਹ ਰਿਸਟ੍ਰਿਕਸ਼ਨ ਲੱਗ ਜਾਂਦੀ ਆ। ਡਿਸਟਰੀਬਿਊਟਿੰਗ ਡਿਵੀਡੈਂਟ, ਜੇ ਕੋਈ ਆਪਦਾ ਡਿਵੀਡੈਂਟ ਡਿਸਟਰੀਬਿਊਟ ਕਰ ਰਹੀ ਆ ਉੱਤੇ ਰੋਕ ਲੱਗ ਜਾਂਦੀ ਆ। ਕੰਪਨਸੇਸ਼ਨ ਤੇ ਕੈਪਿੰਗ ਕਰ ਦੂਗੀ ਕਿ ਇਦੋਂ ਬਾਅਦ ਤੁਸੀਂ ਕੰਪਨਸੇਸ਼ਨ ਨਹੀਂ ਦੇ ਸਕਦੇ। ਜੋ ਵੀ ਮੈਨੇਜਮੈਂਟ ਦੀ ਫੀਸ ਆ ਐਂਡ ਡਾਇਰੈਕਟਰਸ, ਉਹਨਾਂ ਨੂੰ ਵੀ ਕੰਟਰੋਲ ਕਰੂਗੀ RBI। ਮੀਨ ਮੈਨੇਜਮੈਂਟ ਦੀ ਫੀਸ ਵਧਾਈ ਜਾਂ ਘਟੂਗੀ, ਓਬਵੀਅਸ ਘਟੀ ਜਾਂ ਘਟਾਈ ਜਾ ਸਕਦੀ ਆ। ਡਾਇਰੈਕਟਰਸ ਦੇ ਨੰਬਰ ਨੂੰ ਵੇਰੀ ਕੀਤਾ ਜਾ ਸਕਦਾ ਹੈ, ਜਾਂ ਬੈਂਕ ਨੂੰ ਆਪਦੇ ਕੰਟਰੋਲ ਵਿੱਚ ਹੀ ਲੈ ਸਕਦੀ ਹੈ RBI। ਚਲੋ ਜੀ ਨੈਕਸਟ ਨਿਊਜ਼ ਆਪਣੇ ਕੋਲੇ, ਨੈਸ਼ਨਲ ਸਪੋਰਟਸ ਅਵਾਰਡ 2021 ਮਿਨਿਸਟਰੀ ਆਫ ਯੂਥ ਅਫੇਅਰਸ, ਉਹਨਾਂ ਨੇ ਅਨਾਊਂਸ ਕੀਤੇ ਆ ਨੈਸ਼ਨਲ ਸਪੋਰਟਸ ਅਵਾਰਡ 2021 ਦੇ ਜੋ ਅਵਾਰਡ ਨੇ ਉਹਨਾਂ ਨੇ ਅਨਾਊਂਸ ਕੀਤੇ ਜੀ ਮਿਨਿਸਟਰੀ ਆਫ ਯੂਥ ਅਫੇਅਰਸ ਨੇ। ਜੇ ਆਪਾਂ ਗੱਲ ਕਰੀਏ ਨੈਸ਼ਨਲ ਸਪੋਰਟਸ ਅਵਾਰਡ ਦੀ, ਤਾਂ ਇਹ ਟੋਟਲ 6 ਕੈਟੇਗਰੀ 'ਚ ਡਿਵਾਈਡ ਕੀਤੇ ਜਾਂਦੇ ਆ। ਸਾਡੇ ਕੋਲ ਫਸਟ ਹੈਗਾ ਜੀ ਮੇਜਰ ਧਿਆਨ ਚੰਦ ਖੇਲ ਰਤਨ, ਸੈਕਿੰਡ ਹੈਗਾ ਆਪਣੇ ਕੋਲ ਧਿਆਨ ਚੰਦ ਅਵਾਰਡ, ਥਰਡ ਹੈਗਾ ਆ ਮੱਕਾ ਟਰੋਫੀ, ਫੋਰਥ ਹੈਗਾ ਆਪਣੇ ਕੋਲ ਅਰਜਨ ਅਵਾਰਡ,
5th ਹੈਗਾ ਆਪਣੇ ਕੋਲ द्रोणाचार्य ਅਵਾਰਡ ਐਂਡ 6th ਹੈਗਾ ਆਪਣੇ ਕੋਲ ਪ੍ਰੋਤਸਾਹਨ ਪੁਰਸਕਾਰ। ਤੇ 6 ਹੈ ਜੀ ਇਹਨਾਂ ਦੇ ਨਾਮ ਯਾਦ ਰੱਖਣੇ ਆਪਾਂ। ਇਹ ਕਾਹਦੇ ਅੰਡਰ ਆਉਂਦੇ ਆ? ਨੈਸ਼ਨਲ ਸਪੋਰਟਸ ਅਵਾਰਡ ਦੇ ਅੰਡਰ ਆਉਂਦੇ ਆ। ਤੇ ਇਹਨਾਂ ਨੂੰ ਇਸ ਵਾਰ ਕਿਹਨੇ ਅਨਾਊਂਸ ਕੀਤਾ ਆ? ਮਿਨਿਸਟਰੀ ਆਫ ਯੂਥ ਅਫੇਅਰਸ ਨੇ। ਹੁਣ ਆਪਾਂ ਇਹਨਾਂ ਦੀ ਡਿਟੇਲ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈਗਾ ਮੇਜਰ ਧਿਆਨ ਚੰਦ ਖੇਲ ਰਤਨ। ਇਹਦੀ ਗੱਲ ਕਰੀਏ ਤਾਂ ਇਹ 1991-92 ਵਿੱਚ ਸਟਾਰਟ ਕੀਤਾ ਗਿਆ ਸੀਗਾ। ਇਹ ਵਾਲਾ ਜਿਹੜਾ ਆਪਣੇ ਕੋਲ ਅਵਾਰਡ ਆ, ਇਹ ਕਿਹੜੇ ਪਰਸਨ ਨੂੰ ਦਿੱਤਾ ਜਾਂਦਾ ਆ? ਜੇ ਕੋਈ ਸਪੋਰਟਸ ਪਰਸਨ ਜਿਹਦੀ ਪਰਫਾਰਮੈਂਸ ਕਾਫੀ ਵਧੀਆ ਰਹੀ ਹੈ, ਮੋਸਟ ਆਊਟਸਟੈਂਡਿੰਗ ਪਰਫਾਰਮੈਂਸ ਲਾਸਟ 4 ਈਅਰਸ, ਜੇ ਪਿਛਲੇ 4 ਸਾਲਾਂ ਤੋਂ ਬਹੁਤ ਵਧੀਆ ਪਰਫਾਰਮ ਕਰਦਾ ਆ ਰਿਹਾ ਆ, ਤਾਂ ਉਹਨੂੰ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਮਿਲੂਗਾ। ਇਹਦੇ ਵਿੱਚ ਕੀ ਮਿਲੂਗਾ ਜੀ? ਇੱਕ ਤਾਂ ਮੈਡਲ ਮਿਲਦਾ ਆ, ਇੱਕ ਸਰਟੀਫਿਕੇਟ ਮਿਲੂਗਾ, ਕੈਸ਼ ਮਿਲਦਾ ਆ 25 ਲੱਖ ਦਾ। ਇਹ ਹੈਗੀਆਂ ਆ ਇਸ ਅਵਾਰਡ ਦੇ ਜੋ ਵੀ ਚੀਜ਼ਾਂ ਵਿੱਚ ਮਿਲਣਗੀਆਂ। ਇਸ ਤੋਂ ਬਾਅਦ ਆਪਣੇ ਕੋਲ ਸੈਕਿੰਡ ਹੈਗਾ ਮੇਜਰ ਧਿਆਨ ਚੰਦ ਅਵਾਰਡ। ਇਹ ਸੀਗਾ ਆਪਣੇ ਕੋਲ ਮੇਜਰ ਧਿਆਨ ਚੰਦ ਖੇਲ ਰਤਨ। ਆਪਣੇ ਕੋਲ ਨੈਕਸਟ ਹੈਗਾ ਆ ਮੇਜਰ ਧਿਆਨ ਚੰਦ ਅਵਾਰਡ। ਇਹਨੂੰ 2002 ਵਿੱਚ ਸਟਾਰਟ ਕੀਤਾ ਗਿਆ ਆ। ਜਦੋਂ ਇਹ ਅਵਾਰਡ ਕਿਸੇ ਪਲੇਅਰ ਨੂੰ ਦਿੱਤਾ ਜਾਂਦਾ ਤਾਂ ਉਹਨੂੰ ਕੀ ਮਿਲਦਾ ਆ? ਇਹਦੇ ਵਿੱਚ ਇੱਕ ਤਾਂ ਧਿਆਨ ਚੰਦ ਦੀ ਛੋਟੀ ਜਿਹੀ ਮੂਰਤੀ ਟਾਈਪ ਮਿਲਦੀ ਆ, ਉਹਨੂੰ ਪ੍ਰਤਿਮਾ ਉਹਦੀ ਮਿਲਦੀ ਆ, 10 ਲੱਖ ਦਾ ਕੈਸ਼ ਦਿੱਤਾ ਜਾਂਦਾ ਉਸ ਪਲੇਅਰ ਨੂੰ, ਇੱਕ ਸਰਟੀਫਿਕੇਟ ਦਿੱਤਾ ਜਾਂਦਾ ਤੇ ਇੱਕ ਡਰੈਸ ਵੀ ਮਿਲਦੀ ਆ। ਉਸ ਤੋਂ ਬਾਅਦ ਹੈਗਾ ਆ, ਇਹ ਕਿਹੜੇ ਪਲੇਅਰ ਨੂੰ ਮਿਲੂਗਾ? ਇੱਦਾਂ ਦਾ ਪਲੇਅਰ ਜਿਹਨੇ ਕਾਫੀ ਜ਼ਿਆਦਾ ਕੰਟਰੀਬਿਊਸ਼ਨ ਦਿੱਤਾ ਹੈ ਸਪੋਰਟਸ ਦੇ ਵਿੱਚ ਆਫਟਰ ਦੇਅਰ ਰਿਟਾਇਰਮੈਂਟ। ਜਦੋਂ ਬੰਦਾ ਰਿਟਾਇਰ ਹੋ ਗਿਆ ਉਦੋਂ ਬਾਅਦ ਜੇ ਉਹਨੇ ਕੋਈ ਕੰਟਰੀਬਿਊਸ਼ਨ ਦਿੱਤਾ ਤਾਂ ਉਸ ਬੰਦੇ ਨੂੰ ਮਿਲੂਗਾ, ਜਿਹੜਾ ਵੀ ਪਲੇਅਰ ਰਿਹਾ ਹੋਊਗਾ। ਚਲਿਏ ਅੱਗੇ ਜੀ। ਨੈਕਸਟ ਆਪਣੇ ਕੋਲ ਅਰਜਨ ਅਵਾਰਡ। ਅਰਜਨ ਅਵਾਰਡ ਦੀ ਸਟਾਰਟਿੰਗ ਹੋਈ ਸੀਗੀ 1961 ਦੇ ਵਿੱਚ, 1961 ਦੇ ਵਿੱਚ। ਇਹ ਉਸ ਪਲੇਅਰ ਨੂੰ ਮਿਲਦਾ ਆ ਜਿਸ ਪਲੇਅਰ ਨੇ ਕਾਫੀ ਵਧੀਆ ਪਰਫਾਰਮੈਂਸ ਦਿੱਤੀ ਹੋਵੇ ਨੈਸ਼ਨਲ ਸਪੋਰਟਸ ਈਵੈਂਟ ਦੇ ਵਿੱਚ। ਮਤਲਬ ਕਿ ਉਹਦੀ ਗੁੱਡ ਪਰਫਾਰਮੈਂਸ ਰਹੀ ਹੋਵੇ ਪਿਛਲੇ 4 ਸਾਲਾਂ ਤੋਂ, ਉਹਦੇ ਕੋਲ ਕਾਫੀ ਜ਼ਿਆਦਾ ਲੀਡਰਸ਼ਿਪ ਕੁਆਲਿਟੀ ਹੋਵੇ, ਉਹ ਕਾਫੀ ਸਪੋਰਟਸਮੈਨ ਸਪਿਰਿਟ ਦੇ ਨਾਲ ਖੇਡਿਆ ਹੋਵੇ, ਡਿਸਿਪਲਿਨ ਰਿਹਾ ਹੋਵੇ, ਮੀਨਸ ਕਾਫੀ ਅੱਛਾ ਇਨਸਾਨ ਰਿਹਾ ਹੋਵੇ, ਉਹਨੂੰ ਮਿਲੂਗਾ ਅਰਜਨ ਅਵਾਰਡ। ਇਸ ਅਵਾਰਡ ਦੇ ਵਿੱਚ ਕੈਸ਼ ਮਿਲਦਾ ਆ ਜੋ ਕਿ 15 ਲੱਖ ਦਾ ਹੋ ਗਿਆ, ਅਤੇ ਇੱਕ ਬ੍ਰੌਂਜ਼ ਦਾ ਸਟੈਚੂ ਵੀ ਦਿੱਤਾ ਜਾਂਦਾ ਆ। ਚਲੋ ਨੈਕਸਟ ਦੇਖਦੇ ਹਾਂ ਆਪਾਂ द्रोणाचार्य ਅਵਾਰਡ। ਜਿਹੜਾ द्रोणाचार्य ਅਵਾਰਡ ਹੈ ਇਹ ਸਟਾਰਟ ਕੀਤਾ ਗਿਆ 1985 ਦੇ ਵਿੱਚ। ਇਹ ਕੋਚ ਨੂੰ ਮਿਲਦਾ, ਠੀਕ ਹੈ। ਕਿਹਨੂੰ ਮਿਲੂਗਾ ਜੀ? ਕੋਚ ਨੂੰ। ਜਿਸ ਕੋਚ ਨੇ ਕਾਫੀ ਵਧੀਆ ਪਰਫਾਰਮੈਂਸ ਕੀਤੀ ਹੋਊਗੀ ਉਸ ਕੋਚ ਨੂੰ ਇਹ ਦਿੱਤਾ ਜਾਂਦਾ ਆ। ਇਸ ਦੇ ਵਿੱਚ 15 ਲੱਖ ਰੁਪਈਆ ਮਿਲਦਾ ਆ, ਇੱਕ ਬ੍ਰੌਂਜ਼ ਦਾ ਸਟੈਚੂ ਮਿਲਦਾ द्रोणाचार्य ਦਾ। ਨੈਕਸਟ ਆਪਣੇ ਕੋਲ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰੋਫੀ। ਇਹ ਸਟਾਰਟ ਕੀਤੀ ਗਈ ਸੀਗੀ 1956 ਤੋਂ 1957 ਦੇ ਵਿੱਚ, ਮਤਲਬ 56-57 ਵਿੱਚ ਇਹਨੂੰ ਸਟਾਰਟ ਕੀਤਾ ਗਿਆ ਸੀਗਾ। ਇਹ ਉਸ ਪਲੇਅਰ ਨੂੰ ਮਿਲਦਾ ਆ ਜਿਹੜੇ ਯੂਨੀਵਰਸਿਟੀ ਲੈਵਲ 'ਤੇ ਕਾਫੀ ਵਧੀਆ ਪਰਫਾਰਮੈਂਸ ਕਰਦੇ ਆ, ਤੇ ਜੋ ਟੌਪ ਪਰਫਾਰਮੈਂਸ ਹੁੰਦੀ ਆ ਇੰਟਰ ਯੂਨੀਵਰਸਿਟੀ, ਮਤਲਬ ਯੂਨੀਵਰਸਿਟੀ ਦੇ ਵਿੱਚ ਗੇਮਸ ਹੋ ਰਹੀਆਂ ਆ, ਉਹਨਾਂ ਵਿੱਚ ਜਿਹੜਾ ਟੌਪ ਦਾ ਪਲੇਅਰ ਹੋਊਗਾ ਉਹਨੂੰ ਜਿਹੜੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰੋਫੀ ਆ ਉਹ ਦਿੱਤੀ ਜਾਂਦੀ ਆ। ਨੈਕਸਟ ਆਪਣੇ ਕੋਲੇ ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ। ਇਹ ਸਟਾਰਟ ਕੀਤਾ ਗਿਆ 2009 ਦੇ ਵਿੱਚ, 2009 ਦੇ ਵਿੱਚ। ਇਹ ਕਾਰਪੋਰੇਟ ਜਿਹੜੇ ਹੁੰਦੇ ਆ ਉਹਨਾਂ ਨੂੰ ਦਿੱਤਾ ਜਾਂਦਾ, ਜਿਵੇਂ ਕੋਈ ਵੱਡੀਆਂ ਕੰਪਨੀਜ਼ ਹੋ ਗਈਆਂ, NGOs ਵਗੈਰਾ, ਜਾਂ ਜੋ ਵੀ, ਚਾਹੇ ਉਹ ਪ੍ਰਾਈਵੇਟ ਨੇ ਚਾਹੇ ਪਬਲਿਕ ਨੇ, ਜਿਨ੍ਹਾਂ ਨੇ ਵੀ ਸਪੋਰਟਸ ਦੇ ਫੀਲਡ ਦੇ ਵਿੱਚ ਕਾਫੀ ਵਧੀਆ ਰੋਲ ਪਲੇ ਕੀਤਾ ਆ, ਉਹਨਾਂ ਨੂੰ ਇਹ ਅਵਾਰਡ ਦਿੱਤਾ ਜਾਊਗਾ। ਠੀਕ ਆ, ਆਪਾਂ ਮੋਟਾ ਦੇਖ ਲਿਆ ਜੀ ਕਿਹੜਾ ਅਵਾਰਡ ਕਿਹਨੂੰ ਮਿਲੂਗਾ। ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲ ਨਿਊਜ਼ ਆ ਸਟੇਟਸ ਆਫ ਲੈਪਰਡਸ ਇਨ ਇੰਡੀਆ। ਇੱਕ ਰਿਪੋਰਟ ਆ ਸਟੇਟਸ ਆਫ ਲੈਪਰਡਸ ਇਨ ਇੰਡੀਆ 2018। ਇਹ ਰਿਪੋਰਟ ਜਿਹੜੀ ਆ ਰਿਲੀਜ਼ ਕੀਤੀ ਗਈ ਆ ਮਿਨਿਸਟਰੀ ਆਫ ਐਨਵਾਇਰਨਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਦੁਆਰਾ। ਇਹਦੇ ਵਿੱਚ ਕੀ ਦੱਸਿਆ ਗਿਆ ਕਿ ਜਿਹੜੀ 60% ਪਾਪੂਲੇਸ਼ਨ ਆ ਉਹ ਇਨਕਰੀਜ਼ ਹੋਈ ਆ ਲੈਪਰਡ ਦੀ ਫਰੋਮ 2014 ਤੋਂ ਬਾਅਦ ਹੁਣ ਤੱਕ 60% ਜਿਹੜੀ ਆ ਪਾਪੂਲੇਸ਼ਨ ਇਨਕਰੀਜ਼ ਹੋ ਗਈ ਆਪਣੇ ਲੈਪਰਡਸ ਦੀ। ਲੈਪਰਡਸ ਕੀ ਹੁੰਦੇ ਆ? ਸ਼ਾਇਦ ਲਾਸਟ ਵੀਡੀਓ 'ਚ ਤੁਸੀਂ ਧਿਆਨ ਨਾਲ ਦੇਖਿਆ ਹੋਊਗਾ ਜਦੋਂ ਮੈਂ ਤੁਹਾਨੂੰ ਲੱਦਾਖ ਵਾਲੀ ਵੀਡੀਓ ਪੜਾਈ ਸੀਗੀ, ਜਿਹਦੇ ਵਿੱਚ ਕਿ ਲੱਦਾਖ ਨੇ ਜਿਹੜਾ ਸਨੋ ਲੈਪਰਡ ਆ ਉਹਨੂੰ ਆਪਣਾ ਸਟੇਟ ਐਨੀਮਲ ਅਨਾਊਂਸ ਕੀਤਾ ਆ। ਉਹਦੇ ਵਿੱਚ ਤੁਸੀਂ ਇਹਦੀ ਫੋਟੋ ਦੇਖੀ ਹੋਊਗੀ। ਜੋ ਵੀਡੀਓ ਦੇਖੀ ਹੈ ਤਾਂ ਯਾਦ ਆ ਗਿਆ ਹੋਊਗਾ, ਜੇ ਨਹੀਂ ਦੇਖੀ ਤਾਂ ਇਸ ਵੀਡੀਓ ਤੋਂ ਬਾਅਦ ਉਹ ਵੀਡੀਓ ਜ਼ਰੂਰ ਦੇਖ ਲਿਓ, ਕਿਉਂਕਿ ਜਿਹੜੀਆਂ ਸੀਰੀਜ਼ ਹੁੰਦੀ ਆ ਉਹ ਕਨੈਕਟਡ ਹੁੰਦੀ ਹੈ ਇੱਕ ਤੋਂ ਦੂਜੀ ਵੀਡੀਓ ਦੇ ਨਾਲ। ਜੇ ਆਪਾਂ ਹਿਸਾਬ ਲਈਏ 2014 ਦੇ ਵਿੱਚ ਸਾਡੇ ਕੋਲ 8000 ਦੇ ਤਕਰੀਬਨ ਸਾਡੇ ਕੋਲ ਲੈਪਰਡ ਸੀਗੇ, ਜੋ ਕਿ ਹੁਣ ਇਨਕਰੀਜ਼ ਹੋ ਕੇ ਹੋ ਗਿਆ 12852। ਨੰਬਰ ਜ਼ਰੂਰ ਯਾਦ ਰੱਖਿਓ, ਕੁਐਸਚਨ ਬਣ ਜਾਂਦਾ ਆ। ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਦੱਸਿਆ ਗਿਆ ਕਿ ਕਿਹੜੀਆਂ ਸਟੇਟਸ ਨੇ ਜਿੱਥੇ ਇਹਨਾਂ ਦਾ ਨੰਬਰ ਵਧਿਆ ਆ। ਜੋ ਲੈਪਰਡਸ ਨੇ ਸਭ ਤੋਂ ਜ਼ਿਆਦਾ ਜਿਹੜੇ ਇਸ ਟਾਈਮ ਤੇ ਇੰਡੀਆ ਵਿੱਚ ਨੇ ਉਹ ਹੈਗਾ ਜੀ ਮੱਧ ਪ੍ਰਦੇਸ਼ ਦੇ ਵਿੱਚ, ਸੈਕੰਡ ਨੰਬਰ 'ਤੇ ਹੈਗਾ ਕਰਨਾਟਕਾ, ਥਰਡ ਨੰਬਰ 'ਤੇ ਹੈਗਾ ਮਹਾਰਾਸ਼ਟਰਾ। ਇਹ ਵੀ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਆ, ਨੋਟ ਰੱਖਿਓ, ਕੁਐਸਚਨ ਬਹੁਤ ਬਣਦਾ ਜੀ ਇੱਥੋਂ ਕਿ ਸਭ ਤੋਂ ਵੱਧ ਕਿੱਥੇ ਕਿਹੜੀ ਸਟੇਟ ਦੇ ਵਿੱਚ ਆ। ਜੋ ਆਪਣਾ ਐਨਵਾਇਰਨਮੈਂਟ ਵਾਲਾ ਪਾਰਟ ਆ ਉਹਦਾ ਇਹ ਟੌਪਿਕ ਬਣਦਾ ਆਪਣੇ ਕੋਲ। ਚਲੋ ਨੈਕਸਟ ਚੱਲਦੇ ਹਾਂ। ਕਮੈਂਗ ਰਿਵਰ। ਜੋ ਕਮੈਂਗ ਰਿਵਰ ਆ ਇਹ ਕਿਉਂ ਨਿਊਜ਼ ਦੇ ਵਿੱਚ ਆ? ਕਿਉਂਕਿ ਇੱਥੇ ਅਰਥਕੁਇਕ ਆਇਆ 3.4 ਮੈਗਨੀਟਿਊਡ ਦਾ,
ਤੇ ਜਿਹਦੇ ਨਾਲ ਕੀ ਥੋੜਾ ਬਹੁਤ ਨੁਕਸਾਨ ਵੀ ਹੋਇਆ। ਤੇ ਇਹ ਸਾਨੂੰ ਮਿਲਦਾ ਜੀ ਬਾਰਡਰ ਚਾਈਨਾ ਦੇ ਪਾਸ, ਜੋ ਇੰਡੀਆ ਤੇ ਚਾਈਨਾ ਦਾ ਬਾਰਡਰ ਆ, ਉੱਥੇ ਕਮੈਂਗ ਰਿਵਰ ਆ, ਉੱਥੇ ਕਾਫੀ ਸਾਰੀ ਫਿਸ਼ਿਸ ਦੀ ਡੈਥ ਵੀ ਹੋਈ ਆ ਇਸ ਰਿਵਰ ਦੇ ਵਿੱਚ ਡਿਊ ਟੂ ਦਾ ਅਰਥਕੁਇਕ, ਇਸ ਕਰਕੇ ਨਿਊਜ਼ 'ਚ ਆ। ਹੁਣ ਅਸੀਂ ਦੇਖਣਾ ਕਮੈਂਗ ਰਿਵਰ ਦੇ ਬਾਰੇ ਐਂਡ ਅਰਥਕੁਇਕ ਕੀ ਚੀਜ਼ ਆ ਉਹ ਵੀ ਆਪਾਂ ਦੇਖਾਂਗੇ। ਚਲੋ ਦੇਖਦੇ ਹਾਂ। ਕਮੈਂਗ ਰਿਵਰ ਇਹ ਆ ਸਾਡੇ ਕੋਲ ਜੀ ਅਰੁਣਾਚਲ ਪ੍ਰਦੇਸ਼ ਵਾਲਾ ਰੀਜਨ, ਇਹ ਰਿਹਾ ਸਾਡੇ ਕੋਲੇ ਭੂਟਾਨ, ਤੇ ਇਹ ਆ ਸਾਡੇ ਕੋਲੇ ਅਸਮ ਥੱਲੇ ਜੋ ਵਾਈਟ ਵਾਲਾ ਜੀ। ਆਹ ਰਿਵਰ ਆ ਰਹੀ ਆ ਬ੍ਰਹਮਪੁੱਤਰਾ ਰਿਵਰ, ਇਹਦੀਆਂ ਟ੍ਰਿਬਿਊਟਰੀਜ਼ ਨੇ। ਜੋ ਕਮੈਂਗ ਦੀ ਗੱਲ ਕਰੀਏ ਤਾਂ ਆ ਰਹੀ ਆਪਣੇ ਕੋਲੇ ਕਮੈਂਗ ਰਿਵਰ, ਠੀਕ ਆ, ਬਿਲਕੁਲ ਭੂਟਾਨ ਦੇ ਕੋਲ ਆ, ਇਹ ਹੈਗੀ ਕਮੈਂਗ ਰਿਵਰ। ਉਦੋਂ ਬਿਨਾਂ ਅਸੀਂ ਜੇ ਬ੍ਰਹਮਪੁੱਤਰਾ ਦੀਆਂ ਕੁਝ ਟ੍ਰਿਬਿਊਟਰੀਜ਼ ਦੇਖਦੇ ਆ, ਜਿਵੇਂ ਕਿ ਲੋਹਿਤ ਹੋ ਗਈ ਆਪਣੇ ਕੋਲੇ, ਦਿਬਾਂਗ ਹੋ ਗਈ ਆ ਬ੍ਰਹਮਪੁੱਤਰਾ ਆ ਰਹੀ ਆ, ਸੁਬਰਨ ਰੇਖਾ, ਸੁਬਰਨਸਿਰੀ ਹੋ ਗਿਆ, ਠੀਕ ਹੈ। ਇਹ ਕੁਝ ਇੰਪੋਰਟੈਂਟ ਨੇ ਜਿਹੜੀਆਂ ਕਿ ਟ੍ਰਿਬਿਊਟਰੀਜ਼ ਨੇ ਬ੍ਰਹਮਪੁੱਤਰਾ ਦੀਆਂ, ਇਹ ਵੀ ਯਾਦ ਰੱਖਿਓ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕੁਐਸਚਨ ਦੱਸੋ, ਆਨਸਰ ਕਰੋ ਕਿ ਜਿਹੜੀ ਆਪਣੀ ਬ੍ਰਹਮਪੁੱਤਰਾ ਰਿਵਰ ਆ ਉਹ ਕਿੱਥੋਂ ਓਰੀਜੀਨੇਟ ਹੁੰਦੀ ਆ ਐਂਡ ਕਿਹੜੀ ਵਾਟਰ ਬੋਡੀ ਦੇ ਵਿੱਚ ਜਾ ਕੇ ਮਿਲਦੀ ਆ, ਠੀਕ ਹੈ। 2 ਕੁਐਸਚਨ ਦਾ ਆਨਸਰ ਤੁਸੀਂ ਦੇਣਾ ਆ। ਤੇ 3rd ਕੁਐਸਚਨ ਇਹ ਆ ਮੇਰੇ ਵੱਲੋਂ ਕਿ ਇਹ ਇੰਡੀਆ ਦੀ ਕਿਹੜੀ ਸਟੇਟ ਦੇ ਵਿੱਚੋਂ ਪਾਸ ਹੋ ਕੇ ਜਾਂਦੀ ਆ ਬ੍ਰਹਮਪੁੱਤਰਾ ਰਿਵਰ, ਠੀਕ ਹੈ। 3 ਕੁਐਸਚਨ ਆ ਰਿਪੀਟ ਕਰ ਰਿਹਾ। ਇੱਕ ਤਾਂ ਇਹ ਸਟਾਰਟ ਕਿੱਥੋਂ ਹੁੰਦੀ ਆ, ਸੈਕਿੰਡ ਇਹ ਕਿਹੜੇ ਵਾਟਰ ਬੋਡੀ ਦੇ ਵਿੱਚ ਜਾ ਕੇ ਮਿਕਸ ਹੁੰਦੀ ਆ, ਮਿਲਦੀ ਆ ਕਿਹੜੀ ਵਾਟਰ ਬੋਡੀ ਦੇ ਵਿੱਚ ਜਾ ਕੇ, ਐਂਡ 3rd ਕਿ ਇਹ ਇੰਡੀਆ ਦੀ ਕਿਹੜੀ ਸਟੇਟ ਤੋਂ ਪਾਸ ਹੋ ਕੇ ਜਾਂਦੀ ਆ। ਚਲੋ ਜੀ, ਹੁਣ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਰੀਜਨ ਦੀ ਗੱਲ ਕਰ ਰਹੇ ਆ, ਇਹ ਰੀਜਨ ਕਿੱਥੇ ਆਉਂਦਾ ਆ, ਸਿਸਮਿਕ ਜ਼ੋਨ 5 ਦੇ ਵਿੱਚ ਆਉਂਦਾ ਆ, ਠੀਕ ਹੈ। ਸਿਸਮਿਕ ਜ਼ੋਨ 5 ਕੀ ਆ, ਅਸੀਂ ਇੰਡੀਆ ਨੂੰ ਸਿਸਮਿਕ ਜ਼ੋਨਸ ਦੇ ਅਕੋਰਡਿੰਗ ਡਿਵਾਈਡ ਕੀਤਾ ਗਿਆ, ਜਿਵੇਂ ਸਿਸਮਿਕ ਜ਼ੋਨ 2 ਹੋ ਗਿਆ, ਸਿਸਮਿਕ ਜ਼ੋਨ 3 ਹੋ ਗਿਆ, ਸਿਸਮਿਕ ਜ਼ੋਨ 4 ਹੋ ਗਿਆ, ਤੇ ਸਿਸਮਿਕ ਜ਼ੋਨ 5 ਹੋ ਗਿਆ। ਇਹਦੇ 2 3 4 5 ਸਿਸਮਿਕ ਕੀ ਹੁੰਦੇ ਆ, ਜਦੋਂ ਅਰਥਕੁਇਕ ਆਉਂਦਾ ਹੈ, ਜਿਹੜੀਆਂ ਉਹਦੀਆਂ ਵੇਵਸ ਹੁੰਦੀਆਂ ਉਹਨਾਂ ਨੂੰ ਅਸੀਂ ਸਿਸਮਿਕ ਵੇਵ ਕਹਿੰਦੇ ਆ। ਅਰਥਕੁਇਕ ਦੀਆਂ ਵੇਵਸ ਨੂੰ ਕੀ ਕਹਿੰਦੇ ਆ ਜੀ, ਸਿਸਮਿਕ ਵੇਵਸ। ਹੁਣ ਸਾਡੇ ਇੰਡੀਆ ਦੇ ਕੁਝ ਇੱਦਾਂ ਦੇ ਪਾਰਟ ਨੇ ਜਿੱਥੇ ਕਾਫੀ ਜ਼ਿਆਦਾ ਅਰਥਕੁਇਕ ਦਾ ਖਤਰਾ ਆ। ਜ਼ੋਨ 5 ਮਤਲਬ ਸਭ ਤੋਂ ਵੱਧ ਖਤਰਾ, ਜ਼ੋਨ 4 ਮਤਲਬ ਉਦੋਂ ਘੱਟ ਖਤਰਾ, ਮੀਨਸ ਜ਼ੋਨ 2 ਦੇ ਵਿੱਚ ਖਤਰਾ ਘੱਟ ਹੁੰਦਾ ਆ, ਤੇ ਜਿਵੇਂ ਜਿਵੇਂ ਆਪਾਂ ਜ਼ੋਨ 3 4 5 'ਚ ਜਾਵਾਂਗੇ ਰਿਸਕ ਵਧੀ ਜਾਊਗਾ, ਠੀਕ ਹੈ। ਇੱਥੇ ਲਿਖਿਆ ਗਿਆ ਲੋ ਰਿਸਕ, ਮੋਡਰੇਟ ਰਿਸਕ ਹੋ ਗਿਆ, ਹਾਈ ਰਿਸਕ ਹੋ ਗਿਆ, ਵੈਰੀ ਹਾਈ ਰਿਸਕ ਹੋ ਗਿਆ। ਤੇ ਕੁਝ ਏਰੀਆਜ਼ ਨੇ ਜੋ ਰੈੱਡ ਦੇ ਵਿੱਚ ਸ਼ੋ ਕਰ ਰਹੇ ਨੇ ਇਹ ਕਿ ਸਾਡੇ ਕੋਲ ਜ਼ੋਨ 5 ਦੇ ਵਿੱਚ। ਧਿਆਨ ਰੱਖਿਓ, ਇੱਥੋਂ ਕੁਐਸਚਨ ਬਣ ਜਾਂਦਾ ਹੁੰਦਾ ਆਪਣੇ ਕੋਲ। ਉਦੋਂ ਬਾਅਦ ਸਾਡੇ ਕੋਲੇ ਜਿਹੜਾ ਜ਼ੋਨ 4 ਆ ਉਹਦਾ ਹੈਗਾ ਜੀ ਆਹ ਏਰੀਆ ਲਿਖਿਆ ਗਿਆ ਆ, ਨਾਰਥ ਜਿੰਨਾ ਵੀ ਆਪਣਾ ਹਿਮਾਲਿਆ ਆ। ਐਂਡ ਜਿਹੜਾ ਜ਼ੋਨ 5 ਦੇ ਵਿੱਚ ਸਾਡੇ ਕੋਲੇ ਹਿਮਾਲਿਆ ਦਾ ਕੁਝ ਪਾਰਟ ਆਉਂਦਾ ਆ, ਨਾਰਥ ਈਸਟਰਨ ਸਟੇਟ ਆਉਂਦੀਆਂ। ਮੈਂ ਜ਼ੋਨ 5 ਦੀ ਗੱਲ ਕਰ ਰਿਹਾ। ਉਹਦੇ ਨਾਲ ਜਿਹੜਾ ਗੁਜਰਾਤ ਦਾ ਕੱਛ ਵਾਲਾ ਰੀਜਨ ਆ ਜੀ, ਇਹ ਵਾਲਾ, ਇਹ ਵੀ ਜ਼ੋਨ 5 'ਚ ਆਉਂਦਾ। ਅਤੇ ਜ਼ੋਨ 4 ਦੇ ਵਿੱਚ ਸਾਨੂੰ ਜਿੰਨਾ ਵੀ ਸਾਡਾ ਹਿਮਾਲਿਆ ਅਤੇ ਨਾਰਥ ਈਸਟਰਨ ਜਿਹੜੀਆਂ ਆਪਣੀਆਂ ਨਾਰਥਰਨ ਸਟੇਟਸ ਆ, ਜਿਵੇਂ ਕਿ ਦਿੱਲੀ ਦੀ ਗੱਲ ਕਰ ਲਓ, ਆਪਣੇ ਕੋਲ ਗੱਲ ਕਰ ਲਓ ਪੰਜਾਬ ਦਾ ਨਦਨ ਪਾਰਟ ਹੋ ਗਿਆ, ਆਪਣੇ ਕੋਲ ਹੈਗਾ ਜੀ ਹਰਿਆਣਾ ਦਾ ਨਦਨ ਪਾਰਟ ਹੋ ਗਿਆ, ਹਿਮਾਚਲ ਹੋ ਗਿਆ, ਉੱਤਰਾਖੰਡ ਹੋ ਗਿਆ, ਯੂਪੀ ਦਾ ਕੁਛ ਨਦਨ ਪਾਰਟ ਹੋ ਗਿਆ, ਬਿਹਾਰ ਦਾ ਨਦਨ ਪਾਰਟ ਹੋ ਗਿਆ, ਸਿੱਕਿਮ ਹੋ ਗਿਆ। ਇਹ ਸਾਰੇ ਦਾ ਸਾਰਾ ਜ਼ੋਨ 4 ਦੇ ਵਿੱਚ ਆਉਂਦਾ। ਜੇ ਆਪਾਂ ਗੱਲ ਕਰੀਏ ਜ਼ੋਨ 3 ਦੀ, ਤਾਂ ਜਿਹੜਾ ਯੈਲੋ ਵਾਲਾ ਪਾਰਟ ਹੈ ਜ਼ੋਨ 3 'ਚ ਸ਼ੋ ਹੁੰਦਾ ਸਾਨੂੰ, ਐਂਡ ਜ਼ੋਨ 2 ਦੇ ਵਿੱਚ ਹੈਗਾ ਬਲੂ ਵਾਲਾ ਪਾਰਟ। ਇੱਥੇ ਕਾਫੀ ਘੱਟ ਚਾਂਸਸ ਹੁੰਦੇ ਨੇ ਅਰਥਕੁਇਕ ਦੇ, ਠੀਕ ਹੈ। ਜੇ ਆਊਗਾ ਵੀ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ। ਸਭ ਤੋਂ ਜ਼ਿਆਦਾ ਹੁੰਦਾ ਜ਼ੋਨ 5 ਦਾ। ਇੱਥੋਂ ਕੁਐਸਚਨ ਬਣਦਾ, ਇਹਨਾਂ ਨੂੰ ਧਿਆਨ ਨਾਲ ਦੇਖ ਲਿਓ। ਚਲੋ ਅੱਗੇ ਚੱਲਦੇ ਹਾਂ ਜੀ। ਨੈਕਸਟ ਨਿਊਜ਼ ਆ ਆਪਣੇ ਕੋਲੇ ਡਾਟ, DART, ਡਾਟ ਦੀ ਫੁੱਲ ਫਾਰਮ ਕੀ ਆ, ਡਬਲ ਐਸਟਰੋਇਡ ਰੀਡਾਇਰੈਕਸ਼ਨ ਟੈਸਟ। ਇਹ ਕੀ ਹੈ ਜੀ, ਨਾਸਾ ਨੇ ਇੱਕ ਸੈਟੇਲਾਈਟ ਟਾਈਪ ਕੁਝ ਛੱਡਿਆ ਜਿਹਨੂੰ ਅਸੀਂ ਡਾਟ ਕਹਿੰਦੇ ਆ, ਇੱਕ ਸੈਟੇਲਾਈਟ ਹੀ ਹੈ ਡਾਟ, ਜਿਹਦੀ ਫੁੱਲ ਫਾਰਮ ਕੀ ਆ, ਡਬਲ ਐਸਟਰੋਇਡ ਰੀਡਾਇਰੈਕਸ਼ਨ ਟੈਸਟ। ਇਹਦੇ ਨਾਮ ਤੋਂ ਕਲੀਅਰ ਹੈ ਕਿ ਅਸੀਂ ਕੁਝ ਐਸਟਰੋਇਡ ਆ ਰਹੇ ਹੋਣਗੇ, ਉਹਨਾਂ ਦੀ ਡਾਇਰੈਕਸ਼ਨ ਨੂੰ ਅਸੀਂ ਚੇਂਜ ਕਰ ਰਹੇ ਹਾਂ, ਤਾਂ ਹੀ ਉਹਨੂੰ ਰੀਡਾਇਰੈਕਸ਼ਨ ਕਹਿਤਾ। ਇਹਦੇ ਨਾਮ ਤੋਂ ਬਿਲਕੁਲ ਕਲੀਅਰ ਆ ਜੀ। ਲਾਂਚ ਕਿਹਨੇ ਕੀਤਾ, ਨਾਸਾ ਨੇ ਕੀਤਾ ਆ। ਇਹਦੇ ਲਈ ਸਪੇਸ ਐਕਸ ਨੇ ਫੈਲਕਨ 9 ਕਿ ਇੱਕ ਰੌਕਟ ਦਾ ਨਾਮ ਆ, ਤੇ ਸਪੇਸ ਐਕਸ ਕੀ ਆ, ਕੰਪਨੀ ਆ ਜਿਹਨੇ ਇਹ ਰੌਕਟ ਛੱਡਿਆ। ਜਿਵੇਂ ਇੰਡੀਆ ਵਿੱਚ ਇਸਰੋ ਆ, ਸੇਮ ਇੱਕ ਸਪੇਸ ਐਕਸ ਆ ਜੋ ਕਿ ਪ੍ਰਾਈਵੇਟ ਕੰਪਨੀ ਆ। ਤੁਸੀਂ ਮੈਨੂੰ ਸਪੇਸ ਐਕਸ ਦੇ ਫਾਊਂਡਰ ਦਾ ਨਾਮ ਦੱਸਣਾ, ਜਿਹਦਾ ਓਨਰ ਆ, ਬਹੁਤ ਨਿਊਜ਼ 'ਚ ਰਹਿੰਦਾ ਆ, ਉਹਦੇ ਓਨਰ ਦਾ ਨਾਮ ਦੱਸਿਓ। ਇਹਨਾਂ ਨੇ ਇਹ ਡਾਟ ਨੂੰ ਲਾਂਚ ਕੀਤਾ ਆ। ਇਹ ਮਿਸ਼ਨ ਇਸ ਕਰਕੇ ਛੱਡਿਆ ਗਿਆ ਕਿਉਂਕਿ ਕੁਝ ਸਾਡੇ ਕੋਲ ਇੱਕ ਐਸਟਰੋਇਡ ਇੱਦਾਂ ਦਾ ਆ ਜਿਹੜਾ ਕਿ ਅਰਥ ਦੇ ਵੱਲ ਨੂੰ ਆ ਰਿਹਾ, ਫਿਊਚਰ ਦੇ ਵਿੱਚ ਆ ਸਕਦਾ ਟੂਵਰਡਸ ਦਾ ਅਰਥ। ਉਹਦੀ ਡਾਇਰੈਕਸ਼ਨ ਨੂੰ ਚੇਂਜ ਕਰਨਾ ਸੀ। ਇੱਕ ਫਰਸਟ ਇੱਦਾਂ ਦਾ ਟੈਸਟ ਆ ਜੋ ਕਿ ਕਨੈਟਿਕ ਇੰਪੈਕਟ ਟੈਕਨੀਕ ਨੂੰ ਯੂਜ਼ ਕਰ ਰਿਹਾ, ਮੀਨਸ ਜੋ ਕਨੈਟਿਕ ਐਨਰਜੀ ਹੁੰਦੀ ਆ ਉਸ ਟੈਕਨੀਕ ਨੂੰ ਯੂਜ਼ ਕਰਕੇ ਹੀ ਉਹਦੇ ਮੋਸ਼ਨ ਨੂੰ ਚੇਂਜ ਕਰੂਗਾ ਜੋ ਵੀ ਸਾਡੇ ਵੱਲੋਂ ਐਸਟਰੋਇਡ ਆ ਰਿਹਾ ਤੇ ਸਪੇਸ ਦੇ ਵਿੱਚ ਜਾ ਕੇ। ਇਹਨੂੰ ਸੁਸਾਈਡ ਮਿਸ਼ਨ ਵੀ ਕਿਹਾ ਗਿਆ ਹੈ ਕਿਉਂਕਿ ਇਹਨੇ ਆਬਵੀਅਸ ਜਾ ਕੇ ਕਿਸੇ ਐਸਟਰੋਇਡ ਦੇ ਨਾਲ ਟਕਰਾਉਣਾ ਆ ਤਾਂ ਇਹਨੇ ਬਿਲਕੁਲ ਖਤਮ ਹੋ ਜਾਣਾ, ਤੇ ਜਦੋਂ ਇਹ ਜਾਊਗਾ ਤੇ ਬਿਲਕੁਲ ਹੀ ਖਤਮ ਹੋ ਜਾਊਗਾ, ਕੰਪਲੀਟਲੀ ਡਿਸਟਰੋਏ ਹੋ ਜਾਊਗਾ।
ਕੋਲੈਪਸ਼ਨ ਜਦੋਂ ਕਿ ਜਾ ਕੇ ਟਕਰਾਊਗਾ ਉਹਦੀ ਐਕਸਪੈਕਟਡ ਡੇਟ ਕੀ ਆ ਕਿ ਬਿਟਵੀਨ 26 ਸੈਪਟੈਂਬਰ ਤੋਂ 1 ਅਕਤੂਬਰ 2022 ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਟਕਰਾ ਸਕਦਾ। ਜੋ ਦੀ ਸਪੀਡ ਅਸੀਂ ਕੈਲਕੂਲੇਟ ਕੀਤੀ ਆ ਉਹਦੇ ਅਕੋਰਡਿੰਗ ਅਸੀਂ ਇਹ ਐਸਟੀਮੇਟ ਲਾਇਆ ਜੀ। ਚਲੋ ਅੱਗੇ ਚੱਲਦੇ ਹਾਂ। ਜੇ ਆਪਾਂ ਇਹਦੀ ਡਾਇਗਰਾਮ ਦੇਖੀਏ ਤਾਂ ਇੱਕ ਇਦਾਂ ਦਾ ਡਾਟ ਜਾ ਰਿਹਾ ਜੀ, ਇਹ ਜਾ ਕੇ ਐਸਟਰੋਇਡ ਨੂੰ ਟਕਰਾਊਗਾ ਤੇ ਉਹਦੀ ਡਾਇਰੈਕਸ਼ਨ ਨੂੰ ਚੇਂਜ ਕਰ ਦੂਗਾ ਕਿਉਂਕਿ ਇਹ ਜਿਹੜਾ ਐਸਟਰੋਇਡ ਹੈ ਇਹ ਅਰਥ ਦੇ ਵੱਲ ਨੂੰ ਆ ਰਿਹਾ ਆ। ਚਲਿਏ ਅੱਗੇ। ਨੈਕਸਟ ਆਪਣੇ ਕੋਲ ਹੈਗਾ ਇੰਡੋਥਾਈ ਕਾਰਪਟ। ਇੰਡੋਥਾਈ ਕਾਰਪਟ ਕੀ ਆ? 32nd ਐਡੀਸ਼ਨ ਹੋ ਰਿਹਾ ਇਸ ਵਾਰ ਇੰਡੀਆ ਤੇ ਥਾਈਲੈਂਡ ਦਾ ਕੋਆਰਡੀਨੇਟਡ ਪੈਟਰੋਲ। ਇੰਡੋ ਇੰਡੀਆ, ਥਾਈਲੈਂਡ ਤੇ ਕਾਰਪਟ ਕੀ ਆ ਦੀ ਸ਼ਾਰਟ ਫਾਰਮ ਬਣਾ ਦਿੱਤੀ ਗਈ ਆ। ਇਹਦੇ ਵਿੱਚ ਇੰਡੀਆ ਦੀ ਨੇਵੀ ਪਾਰਟਿਸਿਪੇਟ ਕਰ ਰਹੀ ਆ ਤੇ ਪਲੱਸ ਆਪਣੇ ਕੋਲ ਜਿਹੜਾ ਥਾਈਲੈਂਡ ਕੰਟਰੀ ਆ ਉਹਦੀ ਨੇਵੀ ਪਾਰਟਿਸਿਪੇਟ ਕਰ ਰਹੀ ਆ। ਤਾਂ ਯਾਦ ਰੱਖਿਓ ਕਾਰਪਟ ਆਊਗਾ ਤੁਹਾਨੂੰ ਕਿ ਇਹ ਕੀ ਹੋ ਰਹੀ ਹੈ, ਇੱਕ ਐਕਸਰਸਾਈਜ਼ ਆ ਬਿਟਵੀਨ ਨੇਵੀਜ਼। ਤੇ ਕਿਹੜੀ ਨੇਵੀ ਆ? ਸਾਡੇ ਕੋਲ ਇੰਡੀਆ ਤੇ ਥਾਈਲੈਂਡ ਦੀ ਨੇਵੀ ਆ। ਇਹ ਸਾਲ ਦੇ ਵਿੱਚ 2 ਵਾਰ ਹੁੰਦਾ, ਟਵਾਈਸ ਆ ਈਅਰ, ਸਿੰਸ 2015 ਤੋਂ ਚੱਲ ਰਿਹਾ ਆ, ਸਾਲ ਦੇ ਵਿੱਚ 2 ਵਾਰ ਹੋਊਗਾ। ਅਤੇ ਇਹਦੇ ਕਰਨ ਦਾ ਕੀ ਆ? ਇੰਡੀਆ ਦਾ ਇੱਕ ਵਿਜ਼ਨ ਆ। ਇੰਡੀਆ ਦਾ ਵਿਜ਼ਨ ਕਿਹੜਾ ਜੀ? ਸਾਗਰ। ਉਹਦੀ ਫੁੱਲ ਫਾਰਮ ਕੀ ਹੈ? ਸਿਕਿਉਰਿਟੀ ਐਂਡ ਗਰੋਥ ਫॉर ਆਲ ਦਾ ਰੀਜਨਸ। ਇੰਡੀਆ ਚਾਹੁੰਦਾ ਕਿ ਜਿੰਨੇ ਵੀ ਸਾਡੇ ਕੋਲ ਇੰਡੀਅਨ ਓਸ਼ਨ ਦੇ ਪਾਸ ਕੰਟਰੀਜ਼ ਨੇ ਉਹਨਾਂ ਦਾ ਗਰੋਥ ਹੋਵੇ, ਉਹਨਾਂ ਦੀ ਸਿਕਿਉਰਿਟੀ ਹੋਵੇ। ਉਸੇ ਪਰਪਸ ਨੂੰ ਫੁੱਲਫਿਲ ਕਰਨ ਦੇ ਲਈ ਹੀ ਅਸੀਂ ਜਿਹੜਾ ਕਾਰਪਟ ਦੇ ਵਿੱਚ ਹਿੱਸਾ ਲੈ ਰਹੇ ਇਹਨੂੰ ਕੰਟੀਨਿਊ ਕਰ ਰਹੇ ਹਾਂ, ਤਾਂ ਕਿ ਅਸੀਂ ਆਪਣੇ ਜਿਹੜੀਆਂ ਇੰਗੇਜਮੈਂਟ ਆ, ਸਾਡੀ ਜਿਹੜੀ ਇੰਗੇਜਿੰਗ ਆ ਉਹ ਬਾਕੀ ਕੰਟਰੀ ਦੇ ਨਾਲ ਕਾਫੀ ਵਧੀਆ ਹੋਵੇ, ਖਾਸ ਕਰ ਉਹ ਕੰਟਰੀ ਜਿਹੜੀਆਂ ਇੰਡੀਅਨ ਓਸ਼ਨਸ ਦੀਆਂ ਕੰਟਰੀਜ਼ ਨੇ। ਠੀਕ ਹੈ, ਜਿਵੇਂ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਾ ਹਾਂ। ਤੇ ਅਸੀਂ ਇਸ ਏਰੀਆ ਦੀ ਸਿਕਿਉਰਿਟੀ ਨੂੰ ਵੀ ਇਨਕਰੀਜ਼ ਕਰਨਾ ਆ। ਕੁਝ ਹੋਰ ਵੀ ਇਦਾਂ ਦੀਆਂ ਐਕਸਰਸਾਈਜ਼ ਨੇ ਜੋ ਕਿ ਇੰਡੀਆ ਤੇ ਥਾਈਲੈਂਡ ਦੇ ਵਿਚਕਾਰ ਹੋ ਰਹੀਆਂ, ਜਿਵੇਂ ਕਿ ਮਿਲਟਰੀ ਐਕਸਰਸਾਈਜ਼ ਦੀ ਗੱਲ ਕਰੀਏ ਉਹਦੇ ਵਿੱਚ ਸਾਡੇ ਕੋਲ ਹੈਗਾ ਜੀ ਮੈਤਰੀ। ਇਹ ਵੀ ਸਾਡੀ ਐਕਸਰਸਾਈਜ਼ ਹੁੰਦੀ ਹੈ ਥਾਈਲੈਂਡ ਦੇ ਨਾਲ, ਯਾਦ ਰੱਖ ਲਿਓ। ਉਦੋਂ ਬਾਅਦ ਸਾਡੇ ਕੋਲ ਹੈਗੀ ਜੀ ਸਿਆਮ ਭਾਰਤ। ਇਹ ਵੀ ਸਾਡੇ ਕੋਲ 에ਅਰਫੋਰਸ ਦੀ ਐਕਸਰਸਾਈਜ਼ ਆ ਬਿਟਵੀਨ ਇੰਡੀਆ ਐਂਡ ਥਾਈਲੈਂਡ। ਚਲੋ ਨੈਕਸਟ ਆਪਣੇ ਕੋਲ ਸ਼ਕਤੀ 2021। ਇਹਦਾ 6th ਐਡੀਸ਼ਨ ਹੋਇਆ ਇਸ ਵਾਰ ਇੰਡੀਆ ਤੇ ਫਰਾਂਸ ਦੇ ਵਿੱਚ, ਇੰਡੀਆ ਤੇ ਫ੍ਰੈਂਚ। ਸ਼ਕਤੀ 2021 ਕੰਟਰੀਜ਼ ਦੇ ਨਾਮ ਯਾਦ ਜ਼ਰੂਰ ਰੱਖਿਓ, ਜਿਹੜੀ ਵੀ ਕੰਟਰੀ ਦੇ ਨਾਲ ਸਾਡੀ ਐਕਸਰਸਾਈਜ਼ ਹੋ ਰਹੀ ਹੈ। ਫਰਾਂਸ ਇਹ ਜਿਹੜੀ ਆਪਣੇ ਉਹਨਾਂ ਨਾਲ ਹੋ ਰਹੀ ਹੈ ਇਸ ਵਾਰ, ਜਿਹੜੀ ਕੰਡਕਟ ਕੀਤੀ ਗਈ ਹੈ ਫਰਾਂਸ ਦੇ ਵਿੱਚ ਹੀ ਕੰਡਕਟ ਕੀਤੀ ਗਈ, ਇਹ ਵੀ ਯਾਦ ਰੱਖਣਾ ਆਪਾਂ। ਇਹਦਾ ਪਰਪਸ ਕੀ ਆ? ਅਸੀਂ ਐਂਟੀ ਜਾਂ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਕਰਦੇ ਹਾਂ। ਜੋ ਵੀ ਟੈਰਰਿਜ਼ਮ ਦੀ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ ਹਰਾਉਣ ਦੇ ਲਈ ਹੀ ਅਸੀਂ ਜਿਹੜੀਆਂ ਆਪਣੀਆਂ ਮਿਲਟਰੀਜ਼ ਨੇ ਉਹਨਾਂ ਨੂੰ ਪ੍ਰੋਪਰਲੀ ਟ੍ਰੇਨ ਕਰ ਰਹੇ ਹਾਂ। ਇਹ ਇੱਕ ਬਾਈਨਲ ਐਕਸਰਸਾਈਜ਼ ਆ, ਮਤਲਬ ਕੀ ਹੈ ਕਿ 2 ਸਾਲ ਬਾਅਦ ਹੁੰਦੀ ਆ। ਤਾਂ ਹੀ 2011 ਵਿੱਚ ਸਟਾਰਟ ਕੀਤੀ ਗਈ ਸੀਗੀ ਐਂਡ ਉਦੋਂ ਬਾਅਦ 21 ਤੱਕ ਇਹਦਾ 6th ਐਡੀਸ਼ਨ ਆਇਆ ਵੀ 2 ਸਾਲ ਬਾਅਦ ਹੀ ਹੋਊਗੀ। ਇਹ ਅਲਟਰਨੇਟਿਵ ਟਾਈਮ ਤੇ ਕੰਡਕਟ ਹੁੰਦੀ ਆ। ਇਟ ਮੀਨਸ ਇੱਕ ਵਾਰ ਇੰਡੀਆ 'ਚ ਹੋਊਗੀ, ਸੈਕਿੰਡ ਟਾਈਮ ਇਹ ਫਰਾਂਸ ਹੋਊਗੀ। ਜੇ ਇਸ ਵਾਰ ਇਹ ਫਰਾਂਸ 'ਚ ਹੋਈ ਆ ਤਾਂ ਨੈਕਸਟ ਟਾਈਮ ਇਹ ਇੰਡੀਆ 'ਚ ਹੋਊਗੀ। ਚੱਲਦੇ ਅੱਗੇ ਜੀ। ਕੁਝ ਹੋਰ ਵੀ ਡਿਫੈਂਸ ਐਕਸਰਸਾਈਜ਼ ਨੇ ਬਿਟਵੀਨ ਇੰਡੀਆ ਤੇ ਫਰਾਂਸ। ਇੱਕ ਹੈਗੀ ਵਰੁਣਾ, ਇੱਕ ਨੇਵਲ ਐਕਸਰਸਾਈਜ਼ ਹੈ, ਇਹਦਾ ਵੀ ਨਾਮ ਯਾਦ ਰੱਖਿਓ। ਸੈਕਿੰਡ ਹੈਗੀ ਆ ਡੈਜ਼ਰਟ ਨਾਈਟ 21, ਇਹ ਹੋਈ ਸੀ ਸਾਡੇ ਕੋਲ 에ਅਰ ਐਕਸਰਸਾਈਜ਼ ਆ ਇੰਡੀਆ ਤੇ ਫਰਾਂਸ ਦੇ ਵਿੱਚ। ਉਦੋਂ ਬਾਅਦ ਹੈਗੀ ਸ਼ਕਤੀ, ਇੱਕ ਆਰਮੀ ਐਕਸਰਸਾਈਜ਼ ਹੈ ਇੰਡੀਆ ਤੇ ਫਰਾਂਸ ਦੇ ਵਿੱਚ। ਇਹਨਾਂ ਦੇ ਨਾਮ ਜ਼ਰੂਰ ਯਾਦ ਰੱਖਿਓ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਨਿਊਜ਼ ਆਪਣੇ ਕੋਲੇ ਸਵੱਛ ਸਰਵੇਖਣ। ਪ੍ਰੈਜ਼ੀਡੈਂਟ ਨੇ 6th ਐਡੀਸ਼ਨ ਜਿਹੜਾ ਇਹਦਾ ਉਹਨੂੰ ਆਪਾਂ ਅਵਾਰਡ ਕੀਤਾ ਆ, 6th ਐਡੀਸ਼ਨ ਨੂੰ, ਸਵੱਛ ਸਰਵੇਖਣ ਨੂੰ। ਇਹਦੇ ਵਿੱਚ ਆਪਾਂ ਚੈੱਕ ਕੀ ਕਰਨਾ ਆ? ਪਰਫਾਰਮੈਂਸ ਚੈੱਕ ਕਰਦੇ ਹਾਂ ਅਲੱਗ-ਅਲੱਗ ਸਿਟੀਜ਼ ਦੀ, ਕੇਸ ਬੇਸ ਤੇ ਕਰਦੇ ਹਾਂ ਜੀ ਕਿ ਉਹਨਾਂ ਨੇ ਕਲੀਨਲੀਨੈਸ, ਕਿੰਨੀ ਸਫਾਈ ਉਹਨਾਂ ਨੇ ਮੇਨਟੇਨ ਕਰਕੇ ਰੱਖੀ ਆ, ਕਿੰਨੀ ਉਹਨਾਂ ਨੇ ਸੈਨੀਟੇਸ਼ਨ ਕਰਕੇ ਰੱਖੀ ਆ ਤੇ ਕਿੰਨੀ ਹਾਈਜੀਨ ਕਰਕੇ ਰੱਖੀ ਆ। ਇਟ ਮੀਨਸ ਕਿ ਜੋ ਵੀ ਸਿਟੀਜ਼ ਸਫਾਈ ਰੱਖਦੀਆਂ ਆ, ਜਾਂ ਆਪਾਂ ਇੱਦਾਂ ਕਹਿ ਲਈਏ ਕਿ ਸਿਟੀਜ਼ ਨੂੰ ਸਫਾਈ ਦੇ ਪੈਰਾਮੀਟਰ ਤੇ ਮੈਜ਼ਰ ਕੀਤਾ ਜਾਂਦਾ ਆ ਤੇ ਉਹਨਾਂ ਨੂੰ ਰੈਂਕ ਦਿੱਤਾ ਜਾਂਦਾ ਆ। ਇਹ ਸਾਲ ਐਨੂਅਲ ਸਰਵੇ ਹੁੰਦਾ, ਸਾਲ ਦਾ ਸਰਵੇ ਹੁੰਦਾ ਆ। ਮੈਂ ਦੱਸਿਆ ਕਿ ਇਹਦੇ ਵਿੱਚ ਚੈੱਕ ਕੀਤਾ ਜਾਂਦਾ ਕਲੀਨਲੀਨੈਸ ਕਿੰਨੀ ਆ, ਸਫਾਈ ਕਿੰਨੀ ਆ, ਹਾਈਜੀਨ ਕਿੰਨਾ ਆ, ਸੈਨੀਟੇਸ਼ਨ ਕਿੰਨੀ ਆ ਸਿਟੀਜ਼ ਦੀ ਤੇ ਛੋਟੇ ਟਾਊਨਸ ਦੀ। ਜੇ ਆਪਾਂ ਗੱਲ ਕਰੀਏ ਮਿਨਿਸਟਰੀ ਦੀ ਤਾਂ ਇਹਨੂੰ ਮਿਨਿਸਟਰੀ ਜਿਹੜੀ ਕੰਡਕਟ ਕਰਦੀ ਆ ਉਹਦਾ ਨਾਮ ਹੈਗਾ ਜੀ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ। ਆਪਾਂ ਦੇਖਦੇ ਹਾਂ ਜਿਹੜੀ ਇਸ ਵਾਰ ਦਾ ਰਿਪੋਰਟ ਆਈ ਉਹਦੇ ਵਿੱਚ ਕੀ ਨਿਕਲਿਆ ਆ। ਜਿਹੜੀ ਸਾਡੇ ਕੋਲ ਇੰਦੌਰ ਆ ਉਹ 5ਵੀਂ ਵਾਰ ਪਹਿਲੇ ਨੰਬਰ ਤੇ ਆਈ ਹੈ। ਜਿਹੜੀ ਸਿਟੀ ਇੰਦੌਰ ਆ, ਮੱਧ ਪ੍ਰਦੇਸ਼ ਦੀ ਸਿਟੀ ਆ, 5ਵੀਂ ਵਾਰ ਉਹ ਟੌਪ ਤੇ ਆ ਰਹੀ ਹੈ ਇਸ ਸਰਵੇਖਣ ਦੇ ਵਿੱਚ। ਬਹੁਤ ਇੰਪੋਰਟੈਂਟ ਗੱਲ ਆ। ਜੇ ਆਪਾਂ ਸੈਕਿੰਡ ਤੇ ਥਰਡ ਨੰਬਰ ਦੀ ਗੱਲ ਕਰੀਏ, ਸਾਡੇ ਕੋਲ ਸੂਰਤ ਆ ਸੈਕਿੰਡ ਨੰਬਰ ਤੇ ਵਿਜੇਵਾੜਾ ਸਾਨੂੰ ਮਿਲਦਾ ਜੀ ਥਰਡ ਨੰਬਰ ਤੇ। ਜੇ ਆਪਾਂ ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਛੱਤੀਸਗੜ੍ਹ ਹੈਗੀ ਆ ਕਲੀਨੈਸਟ ਸਟੇਟ, ਕਿਉਂਕਿ ਇਹ ਸਟੇਟ ਦੀ ਗੱਲ ਚੱਲ ਪਈ ਆ। ਪਹਿਲਾਂ ਕਿਹੜੀ ਗੱਲ ਸੀਗੀ ਆਪਣੇ ਕੋਲ ਜੀ? ਸਿਟੀਜ਼ ਦੀ। ਹੁਣ ਆਪਣੇ ਕੋਲ ਹੈਗੀ ਆ ਸਟੇਟ ਦੀ। ਤੇ ਸਟੇਟ ਸਭ ਤੋਂ ਸਾਫ਼ ਕਿਹੜੀ ਆ? ਛੱਤੀਸਗੜ੍ਹ। ਕਰਨਾਟਕਾ ਦੀ ਇਹ ਗੱਲ ਕਰੀਏ, ਕਰਨਾਟਕਾ ਫਾਸਟੈਸਟ ਮੂਵਰ ਸਟੇਟ ਬਣ ਰਹੀ ਆ, ਜੋ ਕਿ ਕਾਫੀ ਜ਼ਿਆਦਾ ਸਫਾਈ ਦੇ ਵੱਲ ਨੂੰ ਵੱਧ ਰਹੀ ਆ। ਇਹ ਕੁਝ ਇੰਪੋਰਟੈਂਟ ਟਰਮਸ ਨੇ। ਜੇ ਤਾਂ ਉਹਨਾਂ ਨੇ ਪੁੱਛ ਲਿਆ ਕਿ ਫਾਸਟਰ ਮੂਵਰ ਸਟੇਟ ਕਿਹੜੀ ਆ ਜਾਂ ਕਲੀਨੀਅਸਟ ਸਟੇਟ ਕਿਹੜੀ ਆ ਜਾਂ ਸਿਟੀਜ਼ ਪੁੱਛ ਰਹੀਆਂ ਆ, ਇਹ ਚੀਜ਼ਾਂ ਅਸੀਂ ਧਿਆਨ 'ਚ ਰੱਖਣੀਆਂ। ਚਲੋ ਨੈਕਸਟ ਚੱਲਦੇ ਹਾਂ। ਸਾਡੇ ਕੋਲ ਹੈਗਾ ਜੀ ਜ਼ਿਰਕੌਨ।
ਇਹਨੂੰ ਸਪੈਲ ਇਦਾਂ ਕਰਦੇ ਆ ਲੇਕਿਨ ਪ੍ਰੋਨਾਊਂਸ ਇਹਨੂੰ ਜ਼ਿਰਕੋਨ ਹੀ ਕਰਦੇ ਆ, ਇਸ ਲਈ ਮੈਂ ਨਾਲ ਲਿਖ ਦਿੱਤਾ ਜੀ ਇਹਦੀ ਪ੍ਰੋਨਾਊਂਸੀਏਸ਼ਨ ਵੀ। ਜ਼ਿਰਕੋਨ ਕੀ ਹੈ, ਰਸ਼ੀਆ ਨੇ ਫਾਇਰ ਕੀਤੀ ਆਪਦੀ ਇੱਕ ਜਿਹੜੀ ਹਾਈਪਰਸੋਨਿਕ ਕਰੂਜ਼ ਮਿਸਾਈਲ ਆ, ਉਹਦਾ ਨਾਮ ਹੈਗਾ ਜ਼ਿਰਕੋਨ। ਇਹ ਕੀ ਆ, ਹਾਈਪਰਸੋਨਿਕ ਕਰੂਜ਼ ਮਿਸਾਈਲ ਆ, ਟੈਸਟ ਕੀਤੀ ਆ, ਵਧੀਆ ਰਹੀ ਆ। ਕਰੂਜ਼ ਮਿਸਾਈਲ ਜਿਹੜੀ ਹੁੰਦੀ ਆ ਉਹ ਬੈਲਿਸਟਿਕ ਮਿਸਾਈਲ ਤੋਂ ਅਲੱਗ ਹੁੰਦੀ ਆ। ਦੋ ਤਰ੍ਹਾਂ ਦੀਆਂ ਮਿਸਾਈਲਸ ਹੁੰਦੀਆਂ, ਕਰੂਜ਼ ਮਿਸਾਈਲ ਤੇ ਬੈਲਿਸਟਿਕ ਮਿਸਾਈਲ। ਜਿਹੜੀ ਕਰੂਜ਼ ਮਿਸਾਈਲ ਹੁੰਦੀ ਆ ਇਹ ਲੋਅਰ ਐਲਟੀਟਿਊਡ ਤੇ ਕੰਮ ਕਰਦੀ ਆ, ਜ਼ਿਆਦਾ ਹਾਈਟ ਤੇ ਨਹੀਂ ਜਾਊਗੀ, ਇਹ ਅਰਥ ਦੇ ਐਟਮੋਸਫੇਅਰ ਦੇ ਅੰਦਰ ਅੰਦਰ ਰਹੂਗੀ ਤੇ ਜਾ ਕੇ ਆਪਣੇ ਟਾਰਗੇਟ ਨੂੰ ਇਹ ਲੈਂਦੀ ਆ। ਜਿਹੜੀ ਬੈਲਿਸਟਿਕ ਮਿਸਾਈਲ ਹੁੰਦੀ ਆ ਇਹਨੇ ਪਹਿਲਾਂ ਸਿੱਧਾ ਵਰਟੀਕਲ ਉੱਪਰ ਨੂੰ ਜਾਣਾ, ਜਿਵੇਂ ਟ੍ਰੋਪੋਸਫੇਅਰ ਨੂੰ ਪਾਸ ਕਰਕੇ ਸਟ੍ਰੈਟੋਸਫੇਅਰ ਵਿੱਚ ਜਾ ਕੇ ਉੱਥੋਂ ਫਿਰ ਇਹ ਗ੍ਰੈਵਿਟੀ ਦੀ ਫੋਰਸ ਨਾਲ ਇਹ ਸਿੱਧੀ ਆਪਦੇ ਟਾਰਗੇਟ ਨੂੰ ਹਿੱਟ ਕਰਦੀ ਆ, ਹੁੰਦੀ ਆ ਬੈਲਿਸਟਿਕ ਮਿਸਾਈਲ। ਹਾਈਪਰਸੋਨਿਕ ਜਿਹੜੀ ਵੈਪਨ ਹੁੰਦੇ ਆ ਉਹਨਾਂ ਦੀ ਪ੍ਰੋਪਰਟੀਜ਼ ਕੀ ਆ ਕਿ ਉਹਨਾਂ ਨੂੰ ਟਰੈਕ ਕਰਨਾ ਬੜਾ ਮੁਸ਼ਕਿਲ ਆ। ਕਿਉਂ? ਕਿਉਂਕਿ ਜਿਹਦੀ ਸਪੀਡ ਬਹੁਤ ਹੁੰਦੀ ਆ, ਤੇ ਹਾਈਪਰਸੋਨਿਕ ਦੀ ਸਪੀਡ ਤਾਂ ਇੰਨੀ ਹੁੰਦੀ ਆ, ਜੇ ਆਪਾਂ ਸਾਊਂਡ ਦੀ ਗੱਲ ਕਰੀਏ, ਜੋ ਸਾਊਂਡ ਦੀ ਸਪੀਡ ਆ ਉਹਦੇ ਨਾਲੋਂ 5 ਗੁਣਾ, ਮੋਰ ਦੈਨ 5 ਟਾਈਮਸ, 5 ਗੁਣਾ ਜ਼ਿਆਦਾ ਸਪੀਡ ਆ ਹਾਈਪਰਸੋਨਿਕ ਆਪਣੀ ਵੈਪਨ ਦੀ। ਆਪਾਂ ਹੁਣ ਮੈਕ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਟਰਮ ਹੁੰਦੀ ਆ ਸਪੀਡ ਦੀ ਉਹ ਮੈਕ 'ਚ ਆਉਂਦੀ ਆ, MAC, ਮੈਕ ਨੰਬਰ। ਜੇ ਮੈਕ ਨੰਬਰ 1 ਆ ਤਾਂ ਉਹ ਇਕੁਅਲ ਹੁੰਦਾ ਆ ਸਾਊਂਡ ਦੇ। ਜੇ ਆਪਾਂ ਕਹਦੇ ਮੈਕ ਨੰਬਰ 1 ਆ, ਇਟ ਮੀਨਸ ਜਿੰਨੀ ਸਪੀਡ ਨਾਲ ਸਾਊਂਡ ਟਰੈਵਲ ਕਰਦਾ ਆ ਉਨੀ ਸਪੀਡ ਨਾਲ ਕੋਈ ਚੀਜ਼ ਟਰੈਵਲ ਕਰਦੀ ਆ। ਮੰਨ ਲਓ ਤੁਸੀਂ ਇੱਥੇ ਖੜੇ ਹੋ, ਤੁਸੀਂ ਆਵਾਜ਼ ਲਗਾਈ ਹੈ ਕਿਸੇ ਨੂੰ 100 ਮੀਟਰ ਤੇ, ਤੁਹਾਡਾ ਕੋਈ ਫਰੈਂਡ ਖੜਾ ਆ, ਤਾਂ ਜਿੰਨੇ ਟਾਈਮ ਦੇ ਵਿੱਚ ਤੁਹਾਡੀ ਆਵਾਜ਼ ਪਹੁੰਚੂਗੀ, ਮੈਨੂੰ ਨਹੀਂ ਲੱਗਦਾ ਕਿ ਆਵਾਜ਼ ਨੂੰ ਜ਼ਿਆਦਾ ਟਾਈਮ ਲੱਗਦਾ ਆ, ਉਨੀ ਸਪੀਡ ਦੇ ਵਿੱਚ ਮੈਕ ਨੰਬਰ 1 ਸਪੀਡ 'ਚ ਜਾਊਗਾ। ਤੇ ਜਿਹੜੀ ਇਹ ਜ਼ਿਰਕੋਨ ਦੀ ਗੱਲ ਚੱਲ ਰਹੀ ਹੈ ਉਦੋਂ 5 ਗੁਣਾ ਸਪੀਡ ਨਾਲ ਜਾਊਗੀ। ਤੁਸੀਂ ਸੋਚੋ ਸਪੀਡ ਕਿੰਨੀ ਹੋਊਗੀ ਇਸ ਮਿਜ਼ਾਈਲ ਦੀ। ਹੁਣ ਆਪਾਂ ਦੇਖਦੇ ਹਾਂ ਕਿ ਕਿੰਨੀ ਕਿੰਨੀ ਸਪੀਡ ਤੇ ਹੁੰਦੀਆਂ ਤੇ ਇਹਨਾਂ ਦੇ ਨੰਬਰ ਕੀ ਹੁੰਦੇ ਆ। ਇੱਕ ਸਾਡੇ ਕੋਲ ਹੁੰਦੀ ਆ ਸਬਸੋਨਿਕ ਮਿਜ਼ਾਈਲ, ਜੇ ਤੁਸੀਂ ਸੁਣਿਆ ਹੋਊਗਾ ਇਹਦਾ ਨਾਮ ਸਬਸੋਨਿਕ ਮਿਜ਼ਾਈਲ, ਉਹਦੀ ਸਪੀਡ ਹੁੰਦੀ ਆ ਮੈਕ 1 ਤੋਂ ਘੱਟ। ਦੂਜੀ ਹੁੰਦੀ ਆ ਆਪਣੇ ਕੋਲੇ ਟਰਾਂਸੋਨਿਕ ਮਿਜ਼ਾਈਲ, ਇਹਦੀ ਸਪੀਡ ਹੁੰਦੀ ਆ 1 ਮੈਕ ਦੇ ਇਕੁਅਲ, ਮਤਲਬ ਕਿ ਜਿੰਨੀ ਸਪੀਡ ਤੇ ਸਾਡੇ ਕੋਲ ਸਾਊਂਡ ਟਰੈਵਲ ਕਰਦਾ ਆ ਉਨੀ ਸਪੀਡ ਤੇ ਹੀ ਟਰਾਂਸੋਨਿਕ ਟਰੈਵਲ ਕਰਦੀ ਆ। ਨੈਕਸਟ ਹੈਗਾ ਸਾਡੇ ਕੋਲੇ ਸੁਪਰਸੋਨਿਕ ਮਿਜ਼ਾਈਲਸ ਹੁੰਦੀਆਂ, ਇਹਨਾਂ ਦੀ ਸਪੀਡ ਮੈਕ ਤੋਂ ਜ਼ਿਆਦਾ ਹੁੰਦੀ ਆ, 1 ਮੈਕ ਤੋਂ ਜ਼ਿਆਦਾ, ਮਤਲਬ ਸਾਊਂਡ ਤੋਂ ਜ਼ਿਆਦਾ ਸਪੀਡ ਹੋਊਗੀ। ਤੇ ਜਿਹੜੀਆਂ ਸਾਡੇ ਕੋਲ ਹਾਈਪਰਸੋਨਿਕ ਆ ਉਹ ਹੁੰਦੀਆਂ ਆ 5 ਮੈਕ ਦੇ ਇਕੁਅਲ, ਮਤਲਬ ਕਿ 5 ਗੁਣਾ ਟਾਈਮ, 5 ਗੁਣਾ ਸਪੀਡ ਦੈਨ ਸਾਊਂਡ, ਬਹੁਤ ਜ਼ਿਆਦਾ ਸਪੀਡ ਇਹ ਕਾਊਂਟ ਹੁੰਦੀ ਆ। ਚਲੋ ਨੈਕਸਟ ਚੱਲਦੇ ਆਪਾਂ, ਨੈਕਸਟ ਨਿਊਜ਼ ਆਪਣੀ ਹੈਗੀ ਲਈ ਜੀ ਨੈਸ਼ਨਲ ਫੈਮਿਲੀ ਹੈਲਥ ਸਰਵੇ। ਇਹਦਾ ਜਿਹੜਾ ਡਾਟਾ ਆ 2019-20 ਦੇ ਅਕੋਰਡਿੰਗ ਪੇਸ਼ ਕੀਤਾ ਗਿਆ, ਤਾਂ ਜੋ ਇਸ ਵਾਰ ਨੈਸ਼ਨਲ ਫੈਮਿਲੀ ਹੈਲਥ ਸਰਵੇ ਆਇਆ ਆ ਇਹ ਨੰਬਰ 5 ਆ। ਇਸ ਤੋਂ ਪਹਿਲਾਂ ਆਲਰੇਡੀ 4 ਨੰਬਰ ਦੇ ਜਿਹੜੇ ਫਸਟ, ਸੈਕੰਡ, ਥਰਡ, ਫੋਰਥ ਆ ਚੁੱਕੇ ਆ। ਨੈਸ਼ਨਲ ਫੈਮਿਲੀ ਹੈਲਥ ਸਰਵੇ ਇਹ ਵਾਲਾ 5ਵੇਂ ਨੰਬਰ ਦਾ ਆ। ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਸ਼ਾਰਟ ਫਾਰਮ ਸਾਡੇ ਕੋਲ ਹੈਗੀ ਆ NFHS। ਅੱਗੇ ਹੁਣ ਮੈਂ ਇਹ ਟਰਮ ਯੂਜ਼ ਕਰੂੰਗਾ। ਇਹਨੂੰ ਕਿਹੜੀ ਮਿਨਿਸਟਰੀ ਰਿਲੀਜ਼ ਕਰਦੀ ਆ? ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ। ਦੇਖੋ ਜੀ ਮਿਨਿਸਟਰੀਜ਼ ਵਗੈਰਾ ਇਹ ਜ਼ਰੂਰ ਯਾਦ ਰੱਖਿਓ, ਇੱਦਾਂ ਦੇ ਵੀ ਕੁਐਸਚਨ ਬਣਦੇ ਆ ਸਾਡੇ ਐਗਜ਼ਾਮ ਦੇ ਵਿੱਚ। ਜੇ ਆਪਾਂ ਦੇਖੀਏ ਕਿ ਜੀ ਕਿਉਂ ਅਸੀਂ ਜਿਹੜੇ ਇਹ ਨੈਸ਼ਨਲ ਫੈਮਿਲੀ ਹੈਲਥ ਸਰਵੇ ਕੰਡਕਟ ਕਿਉਂ ਕਰਦੇ, ਇਹਦਾ ਪਰਪਸ ਕੀ ਆ, ਇਹਦਾ ਰੀਜ਼ਨ ਕੀ, ਇਹਦਾ ਓਬਜੈਕਟਿਵ ਕੀ ਆ? ਇਹਦਾ ਓਬਜੈਕਟਿਵ ਇਹ ਆ ਕਿ ਅਸੀਂ ਆਪਦੀ ਕੰਟਰੀਜ਼ ਦੇ ਜਿਹੜੇ ਰੂਲ ਮੇਕਰ, ਜੋ ਰੂਲ ਬਣਾਉਂਦੇ ਨੇ, ਜੋ ਪਾਲਿਸੀਜ਼ ਨੂੰ ਬਣਾਉਂਦੇ ਨੇ, ਉਹਨਾਂ ਦੇ ਲਈ ਇੱਕ ਹਾਈ ਕੁਆਲਿਟੀ ਡਾਟਾ ਪ੍ਰੋਵਾਈਡ ਕਰਨਾ ਆ। ਉਹ ਹਾਈ ਕੁਆਲਿਟੀ ਡਾਟਾ ਹੈਲਥ ਦੇ ਨਾਲ ਰਿਲੇਟਡ ਹੋਊਗਾ, ਫੈਮਿਲੀ ਵੈਲਫੇਅਰ ਦੇ ਨਾਲ ਰਿਲੇਟਡ ਹੋਊਗਾ, ਅਤੇ ਜੋ ਵੀ ਕੁਛ ਇਸ਼ੂ ਨਿਕਲ ਰਹੇ ਨੇ ਨਵੇਂ ਨਵੇਂ ਹੈਲਥ ਦੇ ਨਾਲ ਰਿਲੇਟਡ, ਅਤੇ ਉਹ ਕਿਹੜੇ ਏਰੀਆ 'ਚ ਨਿਕਲ ਰਹੇ ਨੇ ਉਹ ਡਾਟਾ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ। ਮੀਨਸ ਕਿਤੇ ਕਿੱਦਾਂ ਦੀ ਪ੍ਰੋਬਲਮ ਆ ਰਹੀ ਹੈ, ਆਪਾਂ ਦੇਖਦੇ ਹਾਂ ਅੱਗੇ ਹੌਲੀ ਹੌਲੀ ਤੁਹਾਨੂੰ ਕਲੀਅਰ ਹੋ ਜਾਊਗਾ। ਅਤੇ ਡਾਟਾ ਪ੍ਰੋਵਾਈਡ ਕਰਦੇ ਹਾਂ ਅਸੀਂ ਇਸ ਪ੍ਰੋਪਰਲੀ ਇੱਕ ਸਰਵੇ ਦੇ ਅੰਡਰ। ਹੁਣ ਆਪਾਂ ਦੇਖਦੇ ਹਾਂ ਜੀ ਇਦੋਂ ਪਹਿਲਾਂ ਸਰਵੇ ਕਦੋਂ ਹੋਇਆ ਸੀਗਾ। ਜੇ ਦੇਖੀਏ ਤਾਂ ਸਭ ਤੋਂ ਪਹਿਲਾਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਹੋਇਆ ਸੀਗਾ 1992-1993 ਦੇ ਵਿੱਚ, ਸਭ ਤੋਂ ਪਹਿਲੇ ਵਾਲਾ ਹੋਇਆ ਸੀਗਾ 1992 ਤੇ 93 ਦੇ ਵਿੱਚ। ਫਿਰ ਅਸੀਂ ਸੈਕੰਡ ਇਹੀ ਸਰਵੇ ਕੰਡਕਟ ਕੀਤਾ, ਇਹ ਹੋਇਆ ਸੀਗਾ 1998 ਤੇ 1999 ਦੇ ਵਿੱਚ, ਮਤਲਬ 98 ਤੇ 99 ਦੇ ਵਿੱਚ। ਥਰਡ ਟਾਈਮ ਅਸੀਂ ਇਹ ਸਰਵੇ ਕੰਡਕਟ ਕੀਤਾ 2005 ਤੋਂ ਲੈ ਕੇ 2006 ਤੱਕ, ਜਾਣੀ ਇਹ ਉਸ ਟਾਈਮ ਦਾ ਡਾਟਾ ਲਿਆ ਗਿਆ, ਉਦੋਂ ਆਇਆ। ਫੋਰਥ ਇਹ ਆਇਆ ਸੀਗਾ 2014 ਤੇ 2015 ਦੇ ਵਿੱਚ। ਅਤੇ ਜਿਹੜਾ ਸਾਡੇ ਕੋਲ ਫਿਫਥ ਆ ਇਹ ਅਸੀਂ ਹੁਣੇ ਦੇਖ ਕੇ ਹਟੇ ਹਾਂ 2021 'ਚ, ਇਹ 21 ਦੇ ਵਿੱਚ ਇਹ ਆਇਆ। ਆਪਾਂ ਇਸ ਨੈਸ਼ਨਲ ਫੈਮਿਲੀ ਹੈਲਥ ਸਰਵੇ 5 ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਜੋ ਡਾਟਾ ਨਿਕਲ ਕੇ ਆਇਆ ਉਹ ਕੀ ਆ, ਇਸ ਡਾਟੇ ਦੇ ਅਕੋਰਡਿੰਗ ਇਹ ਦੱਸਿਆ ਗਿਆ ਆ ਕਿ ਜਿਹੜੀਆਂ ਲੇਡੀਜ਼ ਪਹਿਲਾਂ 18 ਸਾਲ ਦੀ ਉਮਰ 'ਚ ਵਿਆਹ ਕਰਦੀਆਂ ਸੀਗੀਆਂ ਉਹਨਾਂ ਦੀ ਏਜ ਹੁਣ 20 ਤੋਂ 24 ਤੱਕ ਹੋ ਗਈ ਹੈ। ਇਟ ਮੀਨਸ ਜੋ ਮੈਰਿਜ ਦੀ ਏਜ ਹੌਲੀ ਹੌਲੀ ਵੱਧ ਰਹੀ ਹੈ, ਜੋ ਪਿਛਲੇ 5 ਸਾਲਾਂ ਦਾ ਡਾਟਾ, ਜੋ ਕਿ ਇੱਕ ਕਾਫੀ ਵਧੀਆ ਗੱਲ ਆ। ਜੇ ਆਪਾਂ ਵੈਸਟ ਬੰਗਾਲ ਤੇ ਬਿਹਾਰ ਦੀ ਗੱਲ ਕਰੀਏ
ਤਾਂ ਵੈਸਟ ਬੰਗਾਲ ਤੇ ਬਿਹਾਰ ਦੇ ਵਿੱਚ ਜਿਹੜੀ ਚਾਈਲਡ ਮੈਰਿਜ ਦੀ ਹਜੇ ਵੀ ਸਾਡੇ ਕੋਲ ਡਾਟਾ ਹੈਗਾ ਆ 41% ਦਾ ਆ। ਹਜੇ ਵੀ 41% ਇੱਦਾਂ ਦੇ ਗਰਲਸ ਨੇ, ਇੱਦਾਂ ਦੀਆਂ ਬੱਚੀਆਂ ਨੇ, ਇੱਦਾਂ ਦੀਆਂ ਵੂਮਨਸ ਨੇ ਜਿਨ੍ਹਾਂ ਦੀ ਚਾਈਲਡ ਮੈਰਿਜ ਹੋ ਜਾਂਦੀ ਹੈ। ਜੇ ਆਪਾਂ ਗੱਲ ਕਰੀਏ ਮੈਕਸਿਮਮ ਰਿਡਕਸ਼ਨ ਕਿੱਥੇ ਹੋਈ ਹੈ ਜਿਹੜੀ ਚਾਈਲਡ ਮੈਰਿਜ ਦੇ ਵਿੱਚ ਆ, ਸਭ ਤੋਂ ਵੱਧ ਜਿਹੜੀ ਰਿਡਕਸ਼ਨ ਹੋਈ ਹੈ ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਤੇ ਹਰਿਆਣਾ ਦੇ ਵਿੱਚ। ਮਤਲਬ ਆ ਕਿ ਪਹਿਲਾਂ ਇਹਨਾਂ ਸਟੇਟਾਂ ਦੇ ਵਿੱਚ ਚਾਈਲਡ ਮੈਰਿਜ ਜ਼ਿਆਦਾ ਹੁੰਦੀ ਸੀਗੀ, ਹੁਣ ਹੌਲੀ ਇੱਥੇ ਘਟ ਰਹੀ ਆ। ਜੇ ਆਪਾਂ ਗੱਲ ਕਰੀਏ ਜੀ ਕਿ ਅਨੀਮੀਆ ਦੀ ਗੱਲ ਕਰਦੇ ਹਾਂ, ਮਤਲਬ ਖੂਨ ਦੀ ਕਮੀ ਜਿਹਨੂੰ ਅਸੀਂ ਕਹਿੰਦੇ ਹਾਂ, ਆਪਾਂ ਦੇਖਦੇ ਹਾਂ ਕਿ ਸਭ ਤੋਂ ਵੱਧ ਜਿਹੜੀ ਖੂਨ ਦੀ ਕਮੀ ਉਹ ਵੈਸਟ ਬੰਗਾਲ ਵਿੱਚ ਆ। ਜਦੋਂ ਇਹ ਡਾਟਾ ਕਲੈਕਟ ਕੀਤਾ ਗਿਆ ਤਾਂ ਪਤਾ ਲੱਗਾ ਕਿ ਜਿਹੜੀ ਵੈਸਟ ਬੰਗਾਲ ਸਟੇਟ ਆ ਉੱਥੇ ਸਭ ਤੋਂ ਜ਼ਿਆਦਾ ਅਨੀਮੀਆ ਦੀ ਕਮੀ ਆਉਂਦੀ ਆ। ਤੇ ਜੇ ਆਪਾਂ ਗੱਲ ਕਰੀਏ ਕੇਰਲਾ ਦੀ ਤਾਂ ਉੱਥੇ ਸਭ ਤੋਂ ਘੱਟ ਆ ਇਹ, ਤੇ ਕੇਰਲਾ ਦੇ ਵਿੱਚ ਜਿਹੜੇ ਨਿਊਟ੍ਰੀਸ਼ਨ ਵਗੈਰਾ ਉਹ ਪ੍ਰੋਪਰ ਮਿਲਦੇ ਆ, ਗੌਰਮੈਂਟ ਪ੍ਰੋਪਰਲੀ ਕੰਮ ਕਰਦੀ ਆ। ਜੇ ਬੱਚਿਆਂ ਵਿੱਚ ਆਪਾਂ ਦੇਖੀਏ ਕਿ ਅਨੀਮੀਆ ਦੀ ਕਮੀ ਕਿੱਥੇ ਆ, ਸਭ ਤੋਂ ਜਿਹੜੇ ਮਾੜੇ ਹਾਲਾਤ ਨੇ ਉਹ ਅਸਮ ਦੇ ਵਿੱਚ ਮਿਲਦੇ ਆ, ਮਿਜ਼ੋਰਮ 'ਚ ਮਿਲਦੇ ਆ, ਛੱਤੀਸਗੜ੍ਹ ਤੇ ਉੜੀਸਾ ਵਿੱਚ ਕਾਫੀ ਜ਼ਿਆਦਾ ਬੁਰੇ ਹਾਲਾਤ ਮਿਲਦੇ ਆ। ਉਦੋਂ ਬਾਅਦ ਸਾਡੇ ਕੋਲ ਹੈਗਾ ਜੀ TFR ਦੀ ਫੁੱਲ ਫਾਰਮ ਹੈ ਟੋਟਲ ਫਰਟੀਲਿਟੀ ਰੇਟ। ਇਹਦਾ ਮਤਲਬ ਹੁੰਦਾ ਕਿ ਇੱਕ ਜਿਹੜੀ ਵੂਮਨ ਆ ਉਹ ਆਪਣੇ ਟਾਈਮ ਪੀਰੀਅਡ ਦੇ ਵਿੱਚ ਕਿੰਨੇ ਬੱਚਿਆਂ ਨੂੰ ਪੈਦਾ ਕਰ ਸਕਦੀ ਆ, ਐਵਰੇਜ ਟਾਈਮ ਕੱਢਿਆ ਜਾਂਦਾ, ਠੀਕ ਆ। ਜੇ ਆਪਾਂ ਗੱਲ ਕਰੀਏ ਕਿ ਟੋਟਲ ਫਰਟੀਲਿਟੀ ਰੇਟ ਦੀ, ਤਾਂ ਉਹ ਸਾਡੇ ਕੋਲ 2 ਤੇ ਹੈਗਾ ਜੀ, 2% ਤੇ, ਠੀਕ ਹੈ। ਇਹਦਾ ਮਤਲਬ ਕੀ ਆ, ਇੱਕ ਹੁੰਦਾ ਸਾਡੇ ਕੋਲ ਰਿਪਲੇਸਮੈਂਟ ਰੇਟ ਕਿੰਨਾ ਹੁੰਦਾ 2.1 ਦਾ, ਕਿ ਜੇ ਇੱਕ ਵੂਮਨ 2.1 ਇਸ ਰੇਟ ਤੇ, ਜੋ ਓਵਰਆਲ ਪੂਰੇ ਕੰਟਰੀ ਦੇ ਵਿੱਚ ਅਸੀਂ ਵੂਮਨ ਦੀ ਰੇਟ ਕੱਢਦੇ ਹੁੰਦੇ ਆ, ਉਹਦੇ ਅਕੋਰਡਿੰਗ ਇਹ ਰਿਪਲੇਸਮੈਂਟ ਰੇਟ ਆ ਕਿ ਜਿੰਨੀ ਸਾਡੀ ਐਟ ਪ੍ਰੈਜ਼ੈਂਟ ਪਾਪੂਲੇਸ਼ਨ ਆ ਇੰਨੀ ਹੀ ਰਹੂਗੀ। ਲੇਕਿਨ ਜੋ ਨੈਸ਼ਨਲ ਫੈਮਿਲੀ ਹੈਲਥ ਸਰਵੇ ਸਾਡੇ ਕੋਲ ਆਇਆ ਆ, ਉਹ ਕਹਿੰਦਾ ਕਿ ਰਿਪਲੇਸਮੈਂਟ ਰੇਟ ਤੋਂ ਵੀ ਘੱਟ ਸਾਡੀ ਜੋ ਫਰਟੀਲਿਟੀ ਰੇਟ ਆ ਗਿਆ ਆ। ਇਟ ਮੀਨਸ ਹੁਣ ਜਦੋਂ ਅੱਗੇ ਵੂਮਨਸ ਆ ਰਹੀਆਂ ਆ, ਜਾਂ ਆਪਾਂ ਕਹਿ ਦਈਏ ਕਿ ਜੋ ਫੈਮਲੀਜ਼ ਨੇ ਉਹ ਘੱਟ ਬੱਚੇ ਪੈਦਾ ਕਰ ਰਹੇ ਨੇ। ਤੇ ਜਿਹੜਾ ਸਾਡੇ ਕੋਲ ਸਿਟੀਜ਼ ਦੀ ਅਕੋਰਡਿੰਗ ਟੂ ਪ੍ਰੈਜ਼ੈਂਟ ਡਾਟਾ ਇਹ 2 ਤੇ ਆ ਚੁੱਕਾ, 2 ਤੇ। ਰਿਪਲੇਸਮੈਂਟ ਰੇਟ ਕਿੰਨਾ ਹੁੰਦਾ 2.1, ਠੀਕ ਹੈ, ਯਾਦ ਰੱਖਿਓ। ਪੁੱਛ ਸਕਦੇ ਆ ਕਿ ਰਿਪਲੇਸਮੈਂਟ ਫਰਟੀਲਿਟੀ ਰੇਟ ਕਿੰਨਾ ਆ, ਉਹ ਹੋਊਗਾ 2.1, ਲੇਕਿਨ ਇੰਡੀਆ ਦਾ ਕਿੰਨਾ ਆ ਚੁੱਕਾ ਆ 2 ਤੇ ਆ ਚੁੱਕਾ ਆ। ਇਹ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਆ ਜਿਹੜੀ ਅਸੀਂ ਧਿਆਨ 'ਚ ਰੱਖ ਸਕਦੇ ਹਾਂ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਆਪਣੇ ਕੋਲ ਨਿਊਜ਼ ਆ STEM, STEM ਕੀ ਆ, ਇਜ਼ਰਾਈਲ ਤੇ ਇੰਡੀਆ ਦੀ ਵੂਮਨਸ ਇਨ ਸਾਇੰਸ, S ਫॉर ਸਾਇੰਸ, T ਫॉर ਟੈਕਨੋਲੋਜੀ, E ਫॉर ਇੰਜੀਨੀਅਰਿੰਗ ਤੇ M ਫॉर ਮੈਥਮੈਟਿਕਸ। ਇਹਨਾਂ ਨੇ ਰਲ ਕੇ ਕਾਨਫਰੰਸ ਕੀਤੀ ਆ ਤਾਂ ਕਿ ਵੂਮਨਸ ਨੂੰ ਅੱਗੇ ਪ੍ਰਮੋਟ ਕੀਤਾ ਜਾ ਸਕੇ। ਜੋ ਜੈਂਡਰ ਨਿਊਟਰਲ ਪਲੇ, ਮਤਲਬ ਕਿ ਜੋ ਜੈਂਡਰ ਨਿਊਟਰਲ ਆ, ਜੋ ਵੂਮਨ ਆ ਉਹ ਮੈਨ ਦੇ ਇਕੁਅਲ ਆ ਸਕੇ, ਅਤੇ ਵੂਮਨ ਦਾ ਅਸੀਂ ਪਾਰਟੀਸਪੇਸ਼ਨ ਉਹਨੂੰ ਇਨਕਰੀਜ਼ ਕਰੀਏ, ਸਾਇੰਸ ਦੇ ਵਿੱਚ ਉਹਨੂੰ ਇਨਕਰੀਜ਼ ਕਰੀਏ, ਟੈਕਨੋਲੋਜੀ ਵਿੱਚ ਉਹਨੂੰ ਇਨਕਰੀਜ਼ ਕਰੀਏ, ਇੰਜੀਨੀਅਰਿੰਗ ਵਿੱਚ ਉਹਨੂੰ ਇਨਕਰੀਜ਼ ਕਰੀਏ, ਅਤੇ ਮੈਥਮੈਟਿਕਸ ਦੇ ਵਿੱਚ ਵੀ ਅਸੀਂ ਉਹਨੂੰ ਇਨਕਰੀਜ਼ ਕਰਨਾ। ਸਾਡਾ ਜਿਹੜਾ ਕੌਨਸਟੀਟਿਊਸ਼ਨ ਆ ਉਹਦਾ ਆਰਟੀਕਲ 51A ਆ, ਸਾਨੂੰ ਪਤਾ ਉਹਦੇ 'ਚ ਫੰਡਾਮੈਂਟਲ ਡਿਊਟੀਜ਼ ਆਉਂਦੀਆਂ ਆ। ਉੱਥੇ ਵੀ ਕਿਹਾ ਗਿਆ ਕਿ ਅਸੀਂ ਸਾਇੰਟੀਫਿਕ ਟੈਂਪਰਾਮੈਂਟ ਨੂੰ ਇਨਕਰੀਜ਼ ਕਰਨਾ ਆ। ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜੋ ਸਾਡੀ ਸਪਿਰਿਟ ਆ ਰਿਫੋਰਮਸ ਦੀ ਉਹਨੂੰ ਵੀ ਹੋਰ ਪ੍ਰਮੋਟ ਕਰਨਾ। ਨਾਲ ਦੀ ਨਾਲ ਤੁਸੀਂ ਫੰਡਾਮੈਂਟਲ ਡਿਊਟੀਜ਼ ਇੱਕ ਵਾਰ ਜ਼ਰੂਰ ਪੜ੍ਹ ਲਿਓ, ਅਤੇ ਮੈਨੂੰ ਕਮੈਂਟ ਬਾਕਸ ਵਿੱਚ ਆਨਸਰ ਕਰਿਓ ਕਿ ਸਾਡੇ ਜਿਹੜੇ ਇੰਡੀਅਨ ਕੌਨਸਟੀਟਿਊਸ਼ਨ ਦੇ ਵਿੱਚ ਉਹ ਕਿਹੜੀ ਅਮੈਂਡਮੈਂਟ ਨੰਬਰ ਆ ਜਿਹਦੇ ਵਿੱਚ ਅਸੀਂ ਫੰਡਾਮੈਂਟਲ ਡਿਊਟੀ ਨੂੰ ਐਡ ਕੀਤਾ ਸੀਗਾ, ਠੀਕ ਆ। ਅਮੈਂਡਮੈਂਟ ਨੰਬਰ ਵੀ ਦੱਸਿਓ ਤੁਸੀਂ, ਉਹ ਈਅਰ ਵੀ ਦੱਸਿਓ ਕਿਹੜਾ ਈਅਰ ਸੀਗਾ, ਪਲੱਸ ਇਹ ਵੀ ਦੱਸੋ ਕਿ ਕਿਹੜੀ ਕੰਟਰੀ ਤੋਂ ਅਸੀਂ ਬੋਰੋ ਕੀਤੇ ਫੰਡਾਮੈਂਟਲ ਡਿਊਟੀਜ਼। ਨਾਲ ਦੀ ਨਾਲ ਇਹ ਵੀ ਦੱਸੋ ਕਿ ਉਹ ਕਿਹੜੀ ਕਮੇਟੀ ਸੀਗੀ ਜਿਹਨੇ ਰეკਮੈਂਡ ਕੀਤਾ ਸੀਗਾ ਇਸ ਫੰਡਾਮੈਂਟਲ ਡਿਊਟੀਜ਼ ਨੂੰ। ਅਤੇ ਇੱਕ ਹੋਰ ਗੱਲ ਬਚੀ ਆ, ਇਹ ਦੱਸ ਦਿਓ ਕਿ ਫੰਡਾਮੈਂਟਲ ਡਿਊਟੀਜ਼ ਕਿਹੜੇ ਪਾਰਟ 'ਚ ਆਉਂਦੀਆਂ ਨੇ, ਠੀਕ ਆ। ਜਿਹੜੇ ਬੱਚਿਆਂ ਨੇ ਮੇਰੀ ਪੋਲਿਟੀ ਦੀ ਜੋ ਇੱਕ MCQs ਦੀ ਮੈਂ ਸੀਰੀਜ਼ ਬਣਾਈ ਸੀਗੀ, ਜਿਹੜੇ ਸਟੂਡੈਂਟ ਨੇ ਉਹ ਧਿਆਨ ਨਾਲ ਸੁਣੀ ਹੋਊਗੀ, ਉਹ ਬੱਚਾ ਇਹਦਾ ਆਨਸਰ 1 ਮਿੰਟ 'ਚ ਕਰ ਦੂਗਾ। ਅਤੇ ਜਿਨ੍ਹਾਂ ਨੂੰ ਆਨਸਰ ਨਹੀਂ ਆਉਂਦਾ ਆ ਤਾਂ ਪਲੀਜ਼ ਉਹ ਵੀਡੀਓ ਜ਼ਰੂਰ ਦੇਖ ਲਓ, ਤੁਹਾਨੂੰ ਆਨਸਰ ਮਿਲ ਜਾਣਗੇ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਆਪਣੇ ਕੋਲ ਹੈਗਾ ਜੀ ਇੰਡੀਆਜ਼ ਅਰੇਬਿਕਾ ਕੌਫੀ। ਇੱਕ ਇੰਡੀਆ ਦਾ ਕੌਫੀ ਦਾ ਇੱਕ ਟਾਈਪ ਆ ਅਰੇਬਿਕਾ। ਇਹ ਨਿਊਜ਼ ਦੇ ਵਿੱਚ ਕਿਉਂ, ਕਿਉਂਕਿ ਹੁਣੇ ਸਾਡੇ ਕੋਲ ਡਾਟਾ ਆਇਆ ਕਿ ਜਿਹੜੀ ਇੰਡੀਆ ਦੀ ਅਰੇਬਿਕਾ ਕੌਫੀ ਆ ਉਹਦਾ ਪ੍ਰੋਡਕਸ਼ਨ 30% ਘਟਿਆ, ਡਰੋਪ ਹੋ ਗਿਆ, ਅਤੇ ਕਿ ਜਿਹੜੀ ਰੋਬਸਟਾ ਆ ਇਹਦਾ ਵੀ 20% ਪ੍ਰੋਡਕਸ਼ਨ ਉਹ ਘਟ ਗਿਆ ਆ। ਹੁਣ ਰੀਜ਼ਨ ਕੀ ਆ? ਰੀਜ਼ਨ ਇਹਦਾ ਇਹ ਹੈ ਕਿ ਇੰਡੀਆ ਦੇ ਵਿੱਚ ਜਦੋਂ ਅਸੀਂ ਇਹਦੀ ਕਟਾਈ ਕਰਨੀ ਸੀਗੀ, ਹਾਰਵੈਸਟਿੰਗ ਸੀਜ਼ਨ 'ਤੇ ਕਾਫੀ ਜ਼ਿਆਦਾ ਰੇਨਫਾਲ ਹੋ ਗਈ ਸੀਗੀ, ਅਤੇ ਰੇਨਫਾਲ ਹੋਣ ਕਰਕੇ ਇਹਦੀ ਪ੍ਰੋਡਕਸ਼ਨ ਘਟ ਗਈ ਆ। ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਕੌਫੀ ਦੀ, ਤਾਂ ਜੋ ਕੌਫੀ ਇੰਡੀਆ ਵਿੱਚ ਗਰੋ ਕੀਤੀ ਜਾਂਦੀ ਆ ਉਹ ਵੈਸਟਰਨ ਅਤੇ ਈਸਟਰਨ ਘਾਟ ਦੇ ਵਿੱਚ ਗਰੋ ਕੀਤੀ ਜਾਂਦੀ ਆ। ਅਸੀਂ ਜਿੰਨੀ ਵੀ ਇੰਡੀਆ ਵਿੱਚ ਕੌਫੀ ਪ੍ਰੋਡਿਊਸ ਕਰਦੇ ਹਾਂ ਉਹਦਾ 65 ਤੋਂ 70% ਐਕਸਪੋਰਟ ਕਰਦੇ ਹਾਂ, ਕਿਉਂਕਿ ਜਿਹੜੀ ਸਾਡੀ ਇੰਡੀਆ 'ਚ ਕੌਫੀ ਪ੍ਰੋਡਿਊਸ ਹੁੰਦੀ ਹੈ ਇਹਦੀ ਕੰਟਰੀ ਤੋਂ ਬਾਹਰ ਜਿਹੜੀਆਂ ਇੰਟਰਨੈਸ਼ਨਲ ਕੰਟਰੀਜ਼ ਨੇ ਉੱਥੇ ਕਾਫੀ ਜ਼ਿਆਦਾ ਡਿਮਾਂਡ ਹੈ, ਇਸ ਕਰਕੇ ਅਸੀਂ ਇਹਦਾ ਕਾਫੀ ਜ਼ਿਆਦਾ ਹਿੱਸਾ ਐਕਸਪੋਰਟ ਹੀ ਕਰਦੇ ਹਾਂ। ਜੇ ਆਪਾਂ ਗੱਲ ਕਰੀਏ ਕਿ ਕਿਹੜੀਆਂ ਸੋਇਲਸ ਵਧੀਆ ਨੇ ਇਸ ਕਲਟੀਵੇਸ਼ਨ ਦੇ ਲਈ, ਇੱਦਾਂ ਦੀ ਸੋਇਲ ਜਿਹੜੀ ਕਿ ਫਰਟਾਈਲ ਵੋਲਕੈਨਿਕ ਰੈੱਡ ਅਰਥ ਹੋਊਗੀ, ਜਾਂ ਡੀਪ ਸੈਂਡੀ ਲੋਮ,
ਇਹ ਜਿਹੜੀ ਸੋਇਲ ਹੋਗੀ ਕਾफ़ी ਵਧੀਆ ਮੰਨੀ ਜਾਂਦੀ ਹੈ ਕੌਫੀ ਦੇ ਲਈ। ਤੇ ਆਪਾਂ ਗੱਲ ਕਰਦੇ ਹਾਂ ਕਿ ਜੋ ਇੰਪੋਰਟੈਂਟ ਸੋਇਲ ਹੋਰ ਕਿਹੜੀ ਜਿਹੜੀ ਸੋਇਲ ਦੀ ਹੋਰ ਕਿਹੜੇ ਇੰਪੋਰਟੈਂਸ ਹੋ ਸਕਦੀ ਆ। ਇੱਕ ਤਾਂ ਸੋਇਲ ਹੋਵੇ ਵੈਲ ਡਰੇਨਡ, ਦੇਖੋ ਵੈਲ ਡਰੇਨਿੰਗ ਇਹ ਬਹੁਤ ਇੰਪੋਰਟੈਂਟ ਪੁਆਇੰਟ ਆ, ਇਹਨੂੰ ਨੋਟ ਕਰ ਲਓ। ਵੈਲ ਡਰੇਨਡ ਸੋਇਲ ਹੋਊਗੀ, ਹੈਵੀ ਕਲੇ ਹੋਊਗੀ, ਹੈਵੀ ਸੈਂਡੀ ਸੋਇਲ ਹੋਊਗੀ। ਇਸ ਤਰ੍ਹਾਂ ਦੀ ਸੋਇਲ ਕਾफ़ੀ ਵਧੀਆ ਮੰਨੀ ਜਾਂਦੀ ਆ ਫॉर ਦਾ ਪ੍ਰੋਡਕਸ਼ਨ ਆਫ ਦਾ ਫॉर ਦਾ ਕਲਟੀਵੇਸ਼ਨ ਆਫ ਦਾ ਕੌਫੀ। ਤੇ ਜੇ ਆਪਾਂ ਗੱਲ ਕਰੀਏ ਜੀ ਕਿਹੜੀ ਸਟੇਟ ਦੇ ਵਿੱਚ ਆਪਾਂ ਪ੍ਰੋਡਿਊਸ ਕਰਦੇ ਹਾਂ, ਇੰਡੀਆ ਵਿੱਚ ਸਭ ਤੋਂ ਵੱਧ ਕਰਨਾਟਕਾ ਹੀ ਪ੍ਰੋਡਿਊਸ ਕਰਦਾ ਕੌਫੀ। ਸੈਕਿੰਡ ਨੰਬਰ 'ਤੇ ਸਾਡੇ ਕੋਲ ਕੇਰਲਾ ਆ ਅਤੇ ਤਾਮਿਲਨਾਡੂ ਆ। ਇਹ ਉਹ ਸਟੇਟਸ ਨੇ ਜਿਹੜੀਆਂ ਸਭ ਤੋਂ ਵੱਧ ਕੌਫੀ ਦੀ ਪ੍ਰੋਡਕਸ਼ਨ ਕਰਦੀਆਂ ਨੇ। ਜੇ ਆਪਾਂ ਕੌਫੀ ਦੀ ਜੋ ਪਲਾਂਟਸ ਦੀ ਰਿਕੁਆਇਰਮੈਂਟ ਦੀ ਗੱਲ ਕਰੀਏ ਵੀ ਉਹ ਕਿੱਦਾਂ ਦੇ ਕਲਾਈਮੇਟ ਦੇ ਵਿੱਚ ਪੈਦਾ ਹੁੰਦਾ ਜਾਂ ਕਿੱਦਾਂ ਦੇ ਕਲਾਈਮੇਟ ਉਹਦੇ ਲਈ ਵਧੀਆ ਹੁੰਦਾ ਆ, ਸਭ ਤੋਂ ਪਹਿਲਾਂ ਤਾਂ ਹੌਟ ਐਂਡ ਹਿਊਮਿਡ ਕਲਾਈਮੇਟ ਚਾਹੀਦਾ ਉਹਨੂੰ। ਟੈਂਪਰੇਚਰ ਜਿਹੜਾ ਉਹ ਬਿਟਵੀਨ 15 to 25 ਡਿਗਰੀ ਸੈਲਸੀਅਸ ਚਾਹੀਦਾ ਆ। ਕਾफ़ी ज़्यादा रेनफॉल चाहिए आ 150 to 250 ਸੈਂਟੀਮੀਟਰ। याद रखियो पानी जमा नहीं होना चाहिए, पानी नाल दी नाल निकल जाना चाहिए। पानी भी चाहिए लेकिन वो जड़ां 'ਚ जमा ना होवे, ठीक है। तो जो ट्रीज़ ਹੁੰਦੇ ਆ ਸ਼ੇਡੀ ਟਰੀਜ਼ ਦੇ ਥੱਲੇ ਨੋਰਮਲੀ ਇਹ ਗਰੋ ਹੁੰਦੀ ਆ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਟਾਈਮ ਜਦੋਂ ਹੁੰਦਾ ਆ, ਜਦੋਂ ਇਹਦੇ ਪੱਕਣ ਦਾ ਟਾਈਮ ਹੋ ਗਿਆ, ਜਦੋਂ ਇਹਦੇ ਕੱਟਣ ਦਾ ਟਾਈਮ ਹੋ ਗਿਆ, ਉਦੋਂ ਕਿੱਦਾਂ ਦਾ ਮੌਸਮ ਚਾਹੀਦਾ, ਉਦੋਂ ਡਰਾਈ ਵੈਦਰ ਚਾਹੀਦਾ। ਦੇਖੋ ਇਹਦਾ ਪ੍ਰੋਡਕਸ਼ਨ ਘਟਣ ਦਾ ਕਾਰਨ ਕੀ ਸੀਗਾ, ਉਦੋਂ ਡਰਾਈ ਸੀਜ਼ਨ ਨਹੀਂ ਸੀਗਾ, ਉਦੋਂ ਰੇਨਫॉल ਹੋ ਗਈ, ਲੇਕਿਨ ਇਹਨੂੰ ਚਾਹੀਦਾ ਕਿਹੜਾ ਡਰਾਈ ਸੀਜ਼ਨ ਚਾਹੀਦਾ। ਨੈਕਸਟ ਆਪਣੇ ਕੋਲ ਉਦੋਂ ਬਾਅਦ ਆ ਜੀ ਕਿੱਦਾਂ ਦੇ ਯਾਨੀ ਕਿ ਜਿਹੜੀ ਆਪਾਂ ਗੁੱਡ ਕ੍ਰੌਪ ਹੁੰਦੀ ਆ, ਨੋਟ ਗੁੱਡ, ਕਿਹੜੀਆਂ ਕੰਡੀਸ਼ਨਾਂ ਜੋ ਕਿ ਕ੍ਰੌਪ ਦੇ ਲਈ ਗੁੱਡ ਨਹੀਂ ਹੈਗੀਆਂ, ਚੰਗੀਆਂ ਨਹੀਂ ਹੈਗੀਆਂ। ਜੇ ਆਪਾਂ ਗੱਲ ਕਰੀਏ ਫਰੋਸਟ, ਸਨੋਫਾਲ, ਬਰਫ਼ ਪੈ ਗਈ ਆ, ਫਰੋਸਟ ਪੈ ਗਈ ਆ, ਹਾਈ ਟੈਂਪਰੇਚਰ ਹੋ ਗਿਆ 30 ਡਿਗਰੀ ਸੈਲਸੀਅਸ ਤੋਂ, ਜਾਂ ਕਾफ़ੀ ਜ਼ਿਆਦਾ ਸਨਸ਼ਾਈਨ ਹੋ ਗਈ ਆ, ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਕੌਫੀ ਦੀ ਕਲਟੀਵੇਸ਼ਨ ਦੇ ਲਈ, ਕੌਫੀ ਦੀ ਕ੍ਰੌਪ ਦੇ ਲਈ। ਜੇ ਵਾਟਰ ਜਮ੍ਹਾਂ ਹੋ ਗਿਆ ਇਹਦੀਆਂ ਜੜ੍ਹਾਂ ਦੇ ਵਿੱਚ, ਜਿਵੇਂ ਪਹਿਲਾਂ ਵੀ ਦੱਸਿਆ ਕਿ ਵਾਟਰ ਜਮ੍ਹਾਂ ਨਹੀਂ ਹੋਣਾ ਚਾਹੀਦਾ, ਉਹ ਵੀ ਇਹਦੇ ਲਈ ਕਾफ़ੀ ਹਾਰਮਫੁਲ ਹੁੰਦਾ ਆ। ਤੇ ਜੇ ਆਪਾਂ ਸਲੋਪ ਦੀ ਗੱਲ ਕਰੀਏ ਤਾਂ ਸਲੋਪ ਵੀ ਇੱਕ ਜੈਂਟਲ ਜੀ ਸਲੋਪ ਚਾਹੀਦੀ ਆ। ਤੇ ਜਿਹੜੀ ਹਾਈਟ ਦੀ ਗੱਲ ਕਰੀਏ ਤਾਂ ਉਹ 600 ਤੋਂ ਲੈ ਕੇ 160 ਮੀਟਰ ਤੱਕ ਇਹ ਸੀ ਲੈਵਲ ਤੋਂ ਵਧੀਆ ਹੁੰਦੀ ਆ, ਉਦੋਂ ਬਾਅਦ ਫਿਰ ਇਹ ਪ੍ਰੋਪਰ ਨਹੀਂ ਹੋਊਗੀ। ਹਾਂਜੀ, ਇਹ ਸੀਗੀ ਆਪਣੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਕਾफ़ੀ ਚੀਜ਼ਾਂ ਇਹ 'ਚੋਂ ਸਿੱਖਣ ਨੂੰ ਮਿਲੀਆਂ ਹੋਣਗੀਆਂ, ਕਾफ़ੀ ਵਧੀਆ ਰਹੂਗੀ। ਤੇ ਜਿਵੇਂ ਕਿ ਮੈਂ ਦੱਸਿਆ ਕਿ ਇਹਦੇ ਨੋਟਸ ਬਣਾਉਂਦੇ ਜਾਇਓ, ਬਟ ਜੇ ਤੁਹਾਨੂੰ ਨੋਟਸ ਚਾਹੀਦੇ ਆ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਦੇ ਚੈਨਲ 'ਤੇ ਆ ਦਿਓ, ਠੀਕ ਹੈ। ਬਾਕੀ ਕੋਈ ਵੀ ਕੁਐਰੀ ਹੈ ਤੁਹਾਡੀ PPSC ਨੂੰ ਲੈ ਕੇ ਜਾਂ PCS ਨੂੰ ਲੈ ਕੇ ਜਾਂ ਪੰਜਾਬ ਦੇ ਜੋ ਵੀ ਐਗਜ਼ਾਮ ਆਉਂਦੇ ਨੇ, ਈਵਨ UPSC ਦੀ ਵੀ ਗੱਲ ਕਰੋ, ਤਾਂ ਤੁਸੀਂ ਮੈਨੂੰ ਮੇਰੇ ਇਸ ਕੰਟੈਕਟ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।